ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ। ਤੇ ਖਬਰਾਂ ਦੇ ਵੱਲ ਆਈਏ ਸ਼ਰਮਾ ਜੀ ਤੇ ਸ਼ੁਰੂਆਤ ਕਰਗੇ 2000 ਦੇ ਨੋਟ ਤੋਂ। ਮੈਨੂੰ ਜਦੋਂ ਨਾ ਨੋਟਬੰਦੀ ਬਾਰੇ ਸ਼ਰਮਾ ਜੀ ਗੱਲਬਾਤ ਕਰਦੇ ਆ ਉਦੋਂ ਮੈਨੂੰ ਉਹ ਬੀਬੀ ਬੜੀ ਯਾਦ ਆਉਂਦੀ ਆ, ਖਬਰਾਂ ਦੀ ਦੁਨੀਆ ਦੇ ਵਿੱਚ ਹੀ ਹੈ, ਜਿਹੜੀ ਕਹਿੰਦੀ ਸੀ 2000 ਦੇ ਨੋਟ ਦੇ ਵਿੱਚ ਚਿੱਪ ਲੱਗੀ ਆ ਤੇ ਇਹ ਨੋਟ ਹੁਣ ਭਾਵੇਂ ਤੁਸੀਂ ਧਰਤੀ ਹੇਠਾਂ ਵੀ ਦੱਬ ਦਿਓ ਤੇ ਉੱਥੋਂ ਤੁਹਾਨੂੰ ਇਹ ਉਹ ਜਿਹੜਾ ਸਿਗਨਲ ਟਾਈਪ ਦੇਊਗਾ। ਤੇ ਜਿੱਥੇ ਕਿਤੇ 2 ਨੰਬਰ ਦਾ ਪੈਸਾ ਹੋਇਆ ਉੱਥੋਂ ਵੀ ਕਹਿੰਦੇ ਵੀ ਇਹ ਗੁੱਟੀਆਂ ਚੋਂ ਨਾ ਸਿਗਨਲ ਟਰਾਂਸਮਿਟ ਕਰੂਗਾ ਤੇ ਪਤਾ ਲੱਗ ਜਾਊਗਾ ਵੀ ਕਿੱਥੇ ਕਾਲਾ ਧਨ ਪਿਆ। ਉਹ ਹਜੇ 2016 ਚ ਹੋਈ ਹੈ ਨੋਟਬੰਦੀ ਮੇਰੇ ਖਿਆਲ ਚ। ਜੀ 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 6 ਸਾਲ ਹੋ ਗਏ ਸ਼ਰਮਾ ਜੀ ਤੇ ਉਹਦਾ ਹਲੇ ਪਤਾ ਸਿਗਨਲ ਨਹੀਂ ਆਇਆ ਹਾਲੇ ਤੱਕ ਤਾਂ। ਖੈਰ ਹੁਣ ਸੁਣਦੇ ਹਾਂ ਵੀ 2000 ਦਾ ਨੋਟ ਬੰਦ ਹੋ ਗਿਆ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਕਹਿ ਰਹੇ ਹੋ ਕਿ ਉਹ ਤੁਹਾਨੂੰ ਬੀਬੀ ਚੇਤੇ ਆਉਂਦੀ ਹੈ ਜਿਹੜੀ ਕਹਿੰਦੀ ਸੀ ਨੋਟ 'ਚ ਚਿੱਪ ਲੱਗੀ ਆ। ਸੋ ਨੋਟ ਦਾ ਸਿਗਨਲ ਤਾਂ ਨਹੀਂ ਆਇਆ ਪਰ ਨੋਟ ਬੰਦ ਹੋਣ ਦਾ ਸਿਗਨਲ ਆ ਗਿਆ। ਠੀਕ ਹੈ। 2000 ਦਾ ਨੋਟ ਇੱਕ ਤਰ੍ਹਾਂ ਨਾਲ ਭਾਰਤ ਸਰਕਾਰ ਨੇ, RBI ਨੇ, ਮੋਦੀ ਨੇ, ਇਹਨਾਂ ਨੇ ਬੰਦ ਕਰ ਦਿੱਤਾ। ਮਤਲਬ ਅਣਐਲਾਨੇ ਤੌਰ ਦੇ ਉੱਤੇ 2000 ਦਾ ਨੋਟ ਬੰਦ ਹੋ ਗਿਆ। 2000 ਦਾ ਨੋਟ ਹੁਣ ATM ਚੋਂ ਨਹੀਂ ਨਿਕਲਦਾ ਪ੍ਰਵੀਨ ਜੀ। 2000 ਦਾ ਨੋਟ ਹੁਣ ਬੈਂਕ ਦੇ ਕਾਊਂਟਰ ਤੋਂ ਨਹੀਂ ਮਿਲਦਾ। 2000 ਦਾ ਨੋਟ ਬਾਜ਼ਾਰ ਦੇ ਚੱਲਣ ਵਿੱਚ ਨਹੀਂ ਹੈਗਾ। ਸੋ ਇਸ ਲਈ ਸਰਕਾਰ ਨੇ ਇੱਕ ਤਰ੍ਹਾਂ ਬੰਦ ਕਰ ਦਿੱਤਾ। 8 ਨਵੰਬਰ 2016 ਰਾਤ ਨੂੰ 8 ਵਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਈ ਔਰ ਬਹਿਨੋਂ ਕਹਿ ਕੇ ਲਾਈਵ ਹੁੰਦੇ ਨੇ ਤੇ ਐਲਾਨ ਕਰਦੇ ਨੇ ਕਿ 500 ਤੇ 1000 ਦਾ ਨੋਟ ਅੱਜ ਰਾਤ 12 ਵਜੇ ਤੋਂ ਰੱਦੀ ਦਾ ਟੁਕੜਾ ਬਣ ਜਾਏਗਾ। ਉਹ ਨੋਟਬੰਦੀ ਨੇ ਦੇਸ਼ ਭਰ ਦੇ ਵਿੱਚ ਤਰਥੱਲੀ ਮਚਾਈ, ਅਰਥ ਵਿਵਸਥਾ ਨੂੰ ਡੇਗਿਆ ਜੀ। ਪਰ ਕਾਰਪੋਰੇਟ ਘਰਾਣਿਆਂ ਨੂੰ ਉਸ ਸਮੇਂ ਵੀ ਉਵੇਂ ਹੀ ਫਾਇਦਾ ਹੋਇਆ ਸੀ ਜਿਵੇਂ ਆਹ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਆਮਦਨ ਵਧੀ। ਪ੍ਰਵੀਨ ਜੀ, ਉਸ ਸਮੇਂ ਜਦੋਂ 500 ਦੇ ਔਰ 1000 ਦੇ ਨੋਟ ਨੂੰ ਬੰਦ ਕੀਤਾ ਗਿਆ ਜੀ, ਤਦ ਉਸ ਸਮੇਂ ਜਦੋਂ ਨੋਟਬੰਦੀ ਹੁੰਦੀ ਹੈ, ਜਦੋਂ ਲੋਕਾਂ ਦੇ ਉਹ ਘਰਾਂ 'ਚ ਪਿਆ, ਜੇਬਾਂ 'ਚ ਪਿਆ ਪੈਸਾ, ਮਾਈਆਂ ਬੀਬੀਆਂ ਦੇ ਕਿਸੇ ਆਟੇ ਵਾਲੇ, ਕਿਸੇ ਕੱਪੜਿਆਂ ਵਾਲੇ ਝੋਲੇ 'ਚ ਪਿਆ ਉਹ ਪੈਸਾ ਜਦੋਂ ਮਿੱਟੀ 'ਚ ਬਦਲਦਾ ਜਾਂ ਤੁਸੀਂ ਕਹਿ ਲਓ ਕਾਗਜ਼ ਦੇ ਟੁਕੜੇ 'ਚ ਬਦਲਦਾ, ਤਦ ਅਜਿਹੇ ਮੌਕੇ ਸਭ ਤੋਂ ਵੱਧ ਜ਼ਰੂਰਤ ਬੰਦੇ ਨੂੰ ਕਿਹੜੀ ਚੀਜ਼ ਦੀ ਹੁੰਦੀ ਹੈ? ਆਟਾ, ਦਾਲ, ਦੁੱਧ, ਸਬਜ਼ੀ, ਫਲ ਜਾਂ ਪੈਟਰੋਲ ਡੀਜ਼ਲ ਦੀ। ਇਹ 500 ਦਾ 1000 ਦਾ ਨੋਟ ਜਦੋਂ ਮੋਦੀ ਨੇ ਬੰਦ ਕੀਤਾ 2016 ਚ, ਅੱਜ ਤੋਂ 6 ਸਾਲ ਪਹਿਲਾਂ, ਤਾਂ ਤੁਸੀਂ ਉਹਦੇ ਨਾਲ ਦੁੱਧ ਨਹੀਂ ਖਰੀਦ ਸਕਦੇ ਸੀ, ਤਾਂ ਤੁਸੀਂ ਉਹਦੇ ਨਾਲ ਆਟਾ ਨਹੀਂ ਖਰੀਦ ਸਕਦੇ ਸੀ, ਤਾਂ ਉਹਦੇ ਨਾਲ ਸਬਜ਼ੀਆਂ ਨਹੀਂ ਖਰੀਦ ਸਕਦੇ ਸੀ। ਹਾਂ, ਪੈਟਰੋਲ ਪੰਪ ਤੇ ਤੇਲ ਪਵਾ ਸਕਦੇ ਸੀ। ਸੋ ਪੰਪ ਤੇ ਚੱਲਦਾ ਸੀ, ਮਤਲਬ ਪੰਪਾਂ ਦੇ ਰਾਹੀਂ ਹੀ ਬਲੈਕ ਮਨੀ ਨੂੰ ਵਾਈਟ ਹੋਇਆ। ਇਹ ਵੀ ਕੱਡਾ ਬਣਿਆ ਜੀ। ਬਿਲਕੁਲ। ਚਲੋ, ਤੇ ਮੋਦੀ ਜੀ ਨੇ, ਥੋੜੇ ਯਾਦ ਹੋਏਗਾ ਪ੍ਰਵੀਨ ਜੀ, ਜੇ ਤੁਹਾਨੂੰ ਉਹ ਬੀਬੀ ਯਾਦ ਹੈ ਤਾਂ ਤੁਹਾਨੂੰ ਮੋਦੀ ਜੀ ਦੇ ਬੋਲ ਵੀ ਯਾਦ ਹੋਣਗੇ। ਬਿਲਕੁਲ ਯਾਦ ਨੇ। ਮੋਦੀ ਜੀ ਨੇ 8 ਸਾਲ ਪਹਿਲਾਂ 8 ਨਵੰਬਰ 2016 ਨੂੰ ਨੋਟਬੰਦੀ ਕਰਦਿਆਂ 500 ਤੇ 1000 ਦੇ ਨੋਟ ਨੂੰ ਬੰਦ ਕਰਦਿਆਂ ਕਿਹਾ ਸੀ ਕਿ ਇਹਦੇ ਨਾਲ ਕਾਲਾ ਧਨ ਖਤਮ ਹੋ ਜਾਏਗਾ ਜੀ। ਕਿਹਾ ਸੀ ਕਾਲਾ ਧਨ ਬਾਹਰ ਆ ਜਾਏਗਾ, ਭ੍ਰਸ਼ਟਾਚਾਰੀ ਮੁੱਕ ਜੇਗੀ, ਅੱਤਵਾਦ ਦਾ ਲੱਕ ਟੁੱਟ ਜਾਏਗਾ, ਕਿਉਂਕਿ ਉਹਨਾਂ ਕੋਲ ਇੰਨਾ ਪੈਸਾ ਪਿਆ ਇਹ ਉਹਨੂੰ ਬਾਹਰ ਨਹੀਂ ਲਿਆ ਸਕਦੇ। ਉਹ 2 ਨੰਬਰ ਦਾ ਪੈਸਾ ਹੈ ਜਾਂ ਉਹਨਾਂ ਕੋਲ ਮਤਲਬ ਕਿ ਨਕਲੀ ਨੋਟ ਨੇ, ਨਕਲੀ ਨੋਟ ਦਾ ਕਾਰੋਬਾਰ ਮੁੱਕ ਜਾਏਗਾ। ਸੋ ਇਹ ਸਾਰੇ ਦਮ ਭਰਦਿਆਂ ਉਹਨਾਂ ਨੇ ਇਹ ਗੱਲ ਕੀਤੀ ਤੇ ਹੈਰਾਨੀ ਸਾਰੇ ਆਰਥਿਕ ਮਾਹਿਰਾਂ ਨੂੰ ਵੀ ਹੋਈ, ਸਮਾਜਿਕ ਚਿੰਤਕਾਂ ਨੂੰ ਵੀ ਹੋਈ, ਮੀਡੀਆ ਨੂੰ ਵੀ ਹੋਈ, ਜਦੋਂ 500 ਤੇ 1000 ਦਾ ਨੋਟ ਬੰਦ ਕਰਨ ਤੋਂ ਬਾਅਦ 500 ਦਾ ਨਵਾਂ ਨੋਟ ਲਿਆਂਦਾ ਤੇ ਬਰਾਬਰ 2000 ਦਾ ਗੁਲਾਬੀ ਨੋਟ ਲਿਆਂਦਾ। ਪ੍ਰਵੀਨ ਜੀ, ਆਪਾਂ ਬੜੇ ਮਸਲੇ ਦੀ ਗੱਲ ਨਹੀਂ ਕਰਦੇ,
ਜੀ ਮੈਂ ਆਮ ਸਧਾਰਨ ਤੁਹਾਡੇ ਸਾਡੇ ਆਮ ਘਰਾਂ ਦੀ ਗੱਲ ਕਰਦਾ। ਜੀ ਜੀ ਆਪਣੇ ਘਰੇ ਕੋਈ ਪਿੰਡੋਂ ਸ਼ਹਿਰੋਂ ਆਪਣੇ ਜਾਣ ਪਛਾਣ ਵਾਲਾ ਕੋਈ ਜਵਾਕ ਕੋਈ ਰਿਸ਼ਤੇਦਾਰ ਆ ਜਾਵੇ ਤਾਂ ਆਪਣੀਆਂ ਮਾਈਆਂ 100 ਦਾ ਨੋਟ ਜੇਬ 'ਚ ਪਾ ਕੇ ਤੋਰਦੀਆਂ ਨੇ, ਨਾ ਭਾਈ ਸਾਡੇ ਪਿੰਡੋਂ ਆਇਆ ਤੂੰ, ਹੈ ਨਾ। ਜੀ ਜੀ ਸ਼ਗਨ ਦੇ ਤੌਰ ਤੇ ਜੇ ਕੋਈ ਖਾਸ ਰਿਸ਼ਤੇਦਾਰ ਆ ਜਾਵੇ ਭਾਈ ਤਾਂ 100 ਦੇ 2 ਨੋਟ ਲਾ ਦਿੰਦੀਆਂ ਸੀ। ਜੇ ਜ਼ਿਆਦਾ ਕੋਈ ਨੇੜਲਾ ਆ ਜਾਵੇ ਤਾਂ 500 ਦਾ ਨੋਟ ਚੱਲਦਾ ਸੀ। ਤੇ ਜੇ ਕੁੜੀ ਵਾਲੇ ਜਵਾਈ ਭਾਈ ਆ ਜਾਵੇ ਤਾਂ 1000 ਦਾ ਨੋਟ ਤਾਂ ਲਾਇਆ ਹੀ ਜਾਂਦਾ ਸੀ। ਤੇ ਮੋਦੀ ਜੀ ਨੇ ਉਹ ਰੇਟ 2000 ਕਰਤਾ। ਜੀ ਜੀ ਇਦਾਂ ਹੀ ਹੈ। ਜਦੋਂ ਨੋਟ ਹੀ 2000 ਦਾ ਆ ਗਿਆ ਤਾਂ ਅਗਲੇ ਕਹਿਣਗੇ ਲੈ ਜਵਾਈ ਨੂੰ ਦੱਸ 2000 ਵੀ ਨਹੀਂ ਸਰਿਆ, ਸੋ ਇੱਕੋ ਨੋਟ ਦੇਣਾ ਸੀ। ਸੋ ਉਹ ਰੇਟ ਜਿਵੇਂ ਘਰਾਂ ਦੇ ਵਿੱਚ ਇਹ ਚੀਜ਼ ਦਾ ਰੇਟ ਬਦਲਿਆ, ਉਸੇ ਤਰ੍ਹਾਂ ਭ੍ਰਸ਼ਟਾਚਾਰੀ ਦਾ ਰੇਟ ਬਦਲਿਆ। ਅਗਲਾ ਕਹਿੰਦਾ ਗੁਲਾਬੀ 5 ਨੋਟ ਦੇ ਦਿਓ ਜੀ ਬਸ। ਹਾਂ ਸਿੱਧਾ ਜਿਹਾ। ਸੋ ਜਿਹੜਾ ਕੰਮ ਅੱਗੇ ਕਦੇ 500 1000 ਚ ਹੁੰਦਾ ਸੀ ਉਹ 2000 ਨਾਲ ਹੋਣ ਲੱਗ ਗਿਆ। ਸੋ ਇਹ ਭ੍ਰਸ਼ਟਾਚਾਰੀ ਘਟੀ ਜਾਂ ਵਧੀ ਜੀ। ਹੁਣ ਦੂਜਾ ਪਹਿਲੂ ਆ ਜਾਓ। ਦੂਸਰਾ ਪਹਿਲੂ, ਜਦੋਂ ਨੋਟ ਬੰਦ ਕੀਤੇ ਪ੍ਰਵੀਨ ਜੀ 2016 ਦੇ ਵਿੱਚ, ਤਦ ਦੇਸ਼ ਦੀ ਕੁੱਲ ਅਰਥ ਵਿਵਸਥਾ ਚ ਜਿੰਨੀ ਮਤਲਬ ਨਗਦੀ ਸੀਗੀ, ਜਿੰਨੀ ਰਾਸ਼ੀ ਸੀਗੀ, ਉਹਦਾ 50% ਜੀ ਤੋਂ ਵੀ ਜ਼ਿਆਦਾ, ਮਤਲਬ 86% ਅੰਕੜੇ ਦੱਸੇ ਜਾਂਦੇ ਨੇ ਕਿ 86% ਜਿਹੜੀ ਕੁੱਲ ਰਾਸ਼ੀ ਸੀ ਉਹ 500 ਤੇ 1000 ਦੇ ਨੋਟਾਂ ਦੀ ਸੀ। ਸੋ ਇੱਕ ਤਰ੍ਹਾਂ ਨਾਲ ਬਾਜ਼ਾਰ ਚੋਂ 86% ਤੁਸੀਂ ਮਤਲਬ ਪੈਸਾ ਇੱਕਦਮ ਖਤਮ ਕੀਤਾ। ਔਰ ਆਰਬੀਆਈ ਦਾ ਦਾਅਵਾ ਹੈ ਕਿ ਜਿੰਨੇ ਨੋਟ ਅਸੀਂ ਛਾਪੇ ਸੀ ਉਹਨੇ ਸਾਰੇ ਲਗਭਗ ਵਾਪਸ ਆ ਗਏ। ਤੇ ਜੇ ਉਹ ਸਾਰੇ ਨੋਟ ਵਾਪਸ ਆ ਗਏ ਤਾਂ ਫਿਰ ਜਿਹੜੇ ਰੱਦੀ ਦੇ ਟੁਕੜੇ ਸੀ ਉਹ ਕਿੱਥੇ ਗਏ ਜੀ? ਕਿੰਨੇ ਕੁ ਅਸੀਂ ਫੁਕਦੇ ਦੇਖੇ, ਕਿੰਨੇ ਕੁ ਅਸੀਂ ਜਲਦੇ ਦੇਖੇ, ਕਿੰਨੇ ਕੁ ਅਸੀਂ ਨਹਿਰਾਂ ਨਦੀਆਂ 'ਚ ਤੈਰਦੇ ਦੇਖੇ। ਉਹ ਲੋਕ ਕਿਉਂ ਨਹੀਂ ਸੁਸਾਈਡ ਕੀਤਾ ਜਿਨ੍ਹਾਂ ਕੋਲ ਅਰਬਾਂ ਖਰਬਾਂ ਫਿਰ ਭਰਿਆ ਪਿਆ ਸੀ ਇਹ ਬਲੈਕ ਮਨੀ? ਉਹ ਵਾਈਟ ਕਿਹਨੇ ਕੀਤੀ, ਕਿਹਦੇ ਰਾਹੀਂ ਹੋਈ, ਇਹ ਸਵਾਲ ਹੈ। ਸੋ 86% ਲਗਭਗ 15.52 ਕਰੋੜ ਰੁਪਈਆ ਬਾਜ਼ਾਰ ਚੋਂ ਬਾਹਰ ਹੋਇਆ ਜੀ। ਚਲੋ ਹੁਣ ਉਸ ਤੋਂ ਬਾਅਦ ਆ ਜਾਓ। ਉਸ ਤੋਂ ਬਾਅਦ ਉਸ ਸਮੇਂ ਜਦੋਂ ਮਤਲਬ ਕਿ 2017 ਦੇ ਵਿੱਚ 2000 ਦਾ ਨੋਟ ਨਵਾਂ 2016 ਚ ਐਂਟਰ ਕਰਦਾ ਤਾਂ 2017 ਦੇ ਵਿੱਚ ਭਾਰਤ ਦੀ ਕੁੱਲ ਜਿਹੜੀ ਰਾਸ਼ੀ ਹੈ ਉਹਦੇ ਵਿੱਚ 50% 2000 ਦਾ ਨੋਟ ਹੁੰਦਾ। 2000 ਦਾ ਨੋਟ ਸਾਂਭਣਾ ਆਸਾਨ ਹੋ ਗਿਆ ਲੋਕਾਂ ਨੂੰ, ਲਿਜਾਣਾ ਆਸਾਨ ਹੋ ਗਿਆ, ਚਾਹੇ 1 ਨੰਬਰ ਦਾ ਕੰਮ ਆ ਚਾਹੇ 2 ਨੰਬਰ ਦਾ ਕੰਮ ਆ, ਢੋਆ ਢਵਾਈ ਆਸਾਨ ਹੋ ਗਈ, ਠੀਕ ਹੈ ਨਾ। ਉਹ ਜੇਬ 'ਚ ਆ ਜਾਂਦਾ ਮਤਲਬ ਲੱਖਾਂ ਰੁਪਈਆ ਜੀ ਜੀ। ਸੋ ਝੋਲਾ ਥੈਲਾ ਬੈਗ ਚੱਕਣਾ ਦਾ ਬਾਅਦ ਦੀ ਗੱਲ ਹੈ। ਸੋ ਇਸ ਲਈ ਜਦੋਂ 2017 ਦੇ ਵਿੱਚ ਇਹ ਗਣਨਾ ਕੀਤੀ ਗਈ ਤਾਂ ਦੇਸ਼ ਦੇ ਵਿੱਚ 2000 ਦੇ ਨੋਟ ਦੀ 50% ਮਤਲਬ ਕੁੱਲ ਆਮਦਨ ਦੇ ਵਿੱਚ ਰਾਸ਼ੀ ਸੀਗੀ। ਤੇ ਅੱਜ 2022 ਦੇ ਵਿੱਚ ਜਾਣਦੇ ਹੋ 13% ਆ ਪ੍ਰਵੀਨ ਜੀ। ਅੱਛਾ 13% ਨੋਟ 2000 ਦਾ ਬਚਿਆ। ਹੋਰ ਲਓ, ਮੈਂ ਹੋਰ ਦੱਸ ਦੇਣਾ। 2019 ਦੇ ਵਿੱਚ 329 ਕਰੋੜ ਦੀ ਰਾਸ਼ੀ ਦੇ ਨੋਟ ਛਾਪੇ ਗਏ 2000 ਦੇ, ਠੀਕ ਹੈ। ਤੇ 2020 ਦੇ ਵਿੱਚ 273 ਕਰੋੜ ਦੀ ਨਕਦੀ ਵਾਲੇ ਨੋਟ ਛਾਪੇ ਗਏ। ਤੇ 2021 ਤੇ 2022 ਦੇ ਵਿੱਚ ਇੱਕ ਵੀ 2000 ਦਾ ਨੋਟ ਨਹੀਂ ਛਪਿਆ। ਤਾਂ ਫਿਰ ਇਹਨੂੰ ਕੀ ਕਹੋਗੇ ਕਿ ਨੋਟ ਬੰਦ ਹੋ ਗਿਆ 2000 ਦਾ? ਜਦੋਂ ਸਰਕਾਰ ਨਵਾਂ ਨੋਟ ਛਾਪ ਨਹੀਂ ਰਹੀ, ਏਟੀਐਮ ਚੋਂ ਨਿਕਲ ਨਹੀਂ ਰਿਹਾ, ਬੈਂਕ ਦੇ ਕਾਊਂਟਰ ਤੋਂ ਮਿਲਦਾ ਨਹੀਂ, ਤੁਹਾਡੇ ਕੋਲ ਕੋਈ ਪਿਆ, ਤੁਸੀਂ ਬੈਂਕ 'ਚ ਜਮ੍ਹਾਂ ਕਰਾਇਆ ਹੋ, ਜਾਂ ਤੁਸੀਂ ਕਹੋ ਕਿ ਭਾਈ ਅੱਜ ਕੋਈ ਆਇਆ ਮੰਗ ਲਓ ਕੈਸ਼ੀਅਰ ਨਾਲ, ਤੁਹਾਡਾ ਕੋਈ ਮਾੜੀ ਮੋਟੀ ਜਾਣ ਪਛਾਣ ਤਾਂ ਤੁਹਾਨੂੰ 2000 ਦਾ ਨੋਟ ਮਿਲੂਗਾ। ਜੇ ਕੋਈ ਪਿਆ ਉਹ ਵੀ ਪੁਰਾਣਾ, ਪਰ ਨਵਾਂ ਚੱਲਣ ਵਿੱਚ ਬਿਲਕੁਲ ਨਹੀਂ ਹੈ। ਸੋ ਸਰਕਾਰ ਨੇ ਹੌਲੀ ਹੌਲੀ ਬੈਂਕਾਂ ਤੋਂ ਆਰਬੀਆਈ ਨੇ ਨੋਟ ਸਮੇਟਣਾ ਸ਼ੁਰੂ ਕਰ ਦਿੱਤਾ। 2017 ਦੇ ਵਿੱਚ 33,630 ਲੱਖ ਕਰੋੜ ਦੇ ਨੋਟ ਸੀ ਤੇ ਅੱਜ 13% ਨੋਟ ਬਾਜ਼ਾਰ 'ਚ ਚੱਲਣ ਦੇ ਵਿੱਚ ਹੈਗਾ। ਤੇ ਇਸ ਲਈ ਇਸ ਹਵਾਲੇ ਨਾਲ ਜਿਹੜਾ ਨੋਟ 2019 ਦੇ ਵਿੱਚ ਵੀ ਛਪਦਾ ਹੈ, 2020 ਚ ਵੀ ਛਪਦਾ, ਪਰ ਉਹ ਘਟੀ ਜਾਂਦਾ ਤੇ 21 ਚ ਅਚਾਨਕ ਮਤਲਬ 20 ਦੇ ਵਿੱਚ 273 ਕਰੋੜ ਰਕਮ ਛਪੇ 2000 ਦੇ ਨੋਟ ਦੀ, ਤੇ 21 ਦੇ ਵਿੱਚ ਆ ਕੇ ਛਪੇ ਹੀ ਨਾ, 22 ਚ ਆ ਕੇ ਛਪੇ ਹੀ ਨਾ, ਔਰ ਏਟੀਐਮ ਚੋਂ ਬੈਂਕ ਚੋਂ ਨਿਕਲਣਾ ਬੰਦ ਹੋ ਜਾਵੇ, ਔਰ ਕੁੱਲ ਬਾਜ਼ਾਰ ਦੇ ਵਿੱਚ ਉਹਦੀ ਗਿਣਤੀ ਮਾਤਰ 13% ਦੀ ਰਹਿ ਜਾਵੇ। ਇੱਥੋਂ ਬਿਲਕੁਲ ਸਪਸ਼ਟ ਹੈ ਕਿ 2000 ਦਾ ਨੋਟ ਬੰਦ ਹੈ। ਪਰ ਨਾ ਅੱਤਵਾਦ ਖਤਮ ਹੋਇਆ, ਨਾ ਨਕਲੀ ਨੋਟ ਦਾ ਕਾਰੋਬਾਰ ਖਤਮ ਹੋਇਆ, ਨਾ ਕਾਲਾ ਧਨ ਬਾਹਰ ਆਇਆ, ਤੇ ਨਾ ਕੋਈ ਇਹੋ ਜਿਹੇ ਭ੍ਰਸ਼ਟਾਚਾਰੀ ਫੜ ਹੋਏ, ਨਾ ਕੋਈ ਰੋਂਦੇ ਕੁਰਲਾਉਂਦੇ ਸੁਸਾਈਡ ਕਰਦੇ ਦੇਖੇ। ਹੋਰ ਛੱਡੋ, ਜਿਹੜੀ ਨਗਦੀ ਸੀ 2016-17 ਦੇ ਵਿੱਚ, ਜਿਹੜਾ ਨਗਦ ਮਤਲਬ ਕਿ ਬੈਂਕਾਂ ਤੋਂ ਇਲਾਵਾ ਲੋਕਾਂ ਕੋਲ ਜਿਹੜੀ ਨਗਦੀ ਸੀ ਪ੍ਰਵੀਨ ਜੀ, ਉਹ ਨਗਦੀ 2016 ਦੇ ਵਿੱਚ 17 ਲੱਖ ਕਰੋੜ ਸੀ, ਠੀਕ ਹੈ। ਤੇ ਜਦੋਂ ਨੋਟਬੰਦੀ ਹੋਈ ਤਾਂ 500 ਤੇ 1000 ਦੇ ਨੋਟ ਚਲੇ ਗਏ,
ਤਾਂ ਉਹ ਤੋਂ ਬਾਅਦ 2017 ਦੇ ਵਿੱਚ ਸਿਰਫ 9 ਲੱਖ ਕਰੋੜ ਦੀ ਨਗਦੀ ਰਹਿ ਗਈ, ਮਤਲਬ ਨਗਦੀ ਘਟ ਗਈ ਲੋਕਾਂ ਕੋਲ। ਤੇ ਉਸ ਤੋਂ ਬਾਅਦ ਮੋਦੀ ਜੀ ਕਹਿੰਦੇ ਕਿ ਹੁਣ ਅਸੀਂ ਪੇਪਰ ਮਨੀ ਜਾਂ ਉਹ ਕਿਹੜੀ ਪਲਾਸਟਿਕ ਮਨੀ, ਏਟੀਐਮ, ਗੂਗਲ ਪੇ, ਇਹਦਾ ਚਲਨ ਬਹੁਤ ਵੱਧ ਗਿਆ ਤੇ ਅਸੀਂ ਲੋਕਾਂ ਨੂੰ ਉਸ ਪਾਸੇ ਨੂੰ ਲੈ ਕੇ ਜਾਣਾ। ਤੇ ਪਰ ਅੱਜ ਸਥਿਤੀ ਇਹ ਹੈ ਪ੍ਰਵੀਨ ਜੀ, 2016 ਦੇ ਵਿੱਚ ਜਿਹੜੀ 17 ਲੱਖ ਕਰੋੜ ਸੀ ਨਗਦੀ, ਹਾਂਜੀ, ਤੇ ਨੋਟਬੰਦੀ ਤੋਂ ਬਾਅਦ ਘਟ ਕੇ 9 ਲੱਖ ਕਰੋੜ ਹੋਈ। ਅੱਜ 2022 ਦੇ ਵਿੱਚ 31 ਲੱਖ ਕਰੋੜ ਹੈ ਨਗਦੀ ਜੀ, ਤੇ ਦੁੱਗਣੀ ਹੋ ਗਈ। ਉਸ ਸਮੇਂ 17 ਲੱਖ ਕਰੋੜ ਸੀ, ਅੱਜ 31 ਲੱਖ ਕਰੋੜ ਹੈ। ਮਤਲਬ ਫਿਰ ਨਗਦੀ ਤਾਂ ਘਟਣੀ ਚਾਹੀਦੀ ਸੀ। ਨਵੀਂ ਪੀੜ੍ਹੀ ਆ ਗਈ, ਨਵੀਂ ਟੈਕਨੋਲੋਜੀ ਆ ਗਈ, ਹੱਥਾਂ ਦੇ ਵਿੱਚ, ਫੋਨਾਂ ਦੇ ਵਿੱਚ ਸਾਰਾ ਬੈਂਕ ਆ ਗਿਆ, ਫੋਨਾਂ 'ਚ ਸਾਰੀ ATM ਸਿਸਟਮ ਆ ਗਿਆ, ਪੇਮੈਂਟ ਸਿਸਟਮ ਆ ਗਈ, ਡੈਬਿਟ ਕਾਰਡ ਆ ਗਏ, ਕ੍ਰੈਡਿਟ ਕਾਰਡ ਆ ਗਏ। ਉਹਦੇ ਬਾਵਜੂਦ ਵੀ 31 ਲੱਖ ਕਰੋੜ ਦੀ ਨਗਦੀ ਹੈ ਜੀ। ਅੱਜ ਵੀ ਦੇਸ਼ ਦੇ ਵਿੱਚ 40% ਤੋਂ ਵੱਧ ਲੋਕ ਬੱਚਿਆਂ ਦੀ ਫੀਸ ਕੈਸ਼ ਰਾਹੀਂ ਭਰਦੇ ਨੇ। ਅੱਜ ਵੀ ਦੇਸ਼ ਦੇ ਵਿੱਚ 50% ਤੋਂ ਵੱਧ ਲੋਕ ਰੇਲਵੇ ਔਰ ਬੱਸਾਂ ਦੀ ਟਿਕਟ ਨਗਦ ਖਰੀਦਦੇ ਨੇ। ਅੱਜ ਵੀ ਦੇਸ਼ ਦੇ ਵਿੱਚ 76% ਲੋਕ ਰਾਸ਼ਨ ਨਗਦ ਖਰੀਦਦੇ ਨੇ ਜੀ। ਤੇ ਫਿਰ ਕਿੱਥੇ ਹੈ ਮਤਲਬ ਕਿ ਅਸੀਂ ਨੋਟ ਦੀ ਕਹਿੰਦੇ ਉਹ ਖਤਮ ਕਰਨਾ। ਸੋ ਨਾ ਭ੍ਰਸ਼ਟਾਚਾਰ ਮੁੱਕਿਆ, ਨਾ ਕਾਲਾ ਧਨ ਮੁੱਕਿਆ, ਨਾ ਅੱਤਵਾਦ ਮੁੱਕਿਆ, ਨਾ ਕਾਲੀ ਬਾਜ਼ਾਰੀ ਮੁੱਕਿਆ ਤਾਂ ਲੋਕਾਂ ਦਾ ਮਤਲਬ ਵਿਸ਼ਵਾਸ ਟੁੱਟਿਆ ਤੇ ਲੋਕ ਲਾਈਨਾਂ 'ਚ ਖੜੇ, ਆਪਣਾ ਆਪ ਵੀ ਗਵਾਇਆ, ਆਪਣੇ ਘਰ ਦਾ ਜੀ ਵੀ ਗਵਾਇਆ ਤੇ ਮੁੜ ਕੇ ਉਹ ਪੈਰਾਂ ਸਿਰ ਵੀ ਨਹੀਂ ਆਏ। ਉਹ ਤੋਂ ਬਾਅਦ GST ਆ ਗਈ, GST ਤੋਂ ਬਾਅਦ ਕਰੋਨਾ ਆ ਗਿਆ, ਲੋਕ ਪੈਰਾਂ ਸਿਰ ਨਹੀਂ ਆਏ ਪਰ ਕਾਰਪੋਰੇਟ ਕੰਪਨੀਆਂ ਪੈਰਾਂ ਸਿਰ ਆਉਂਦੀਆਂ ਗਈਆਂ। ਤੇ ਹੁਣ ਉਹ 2000 ਦਾ ਨੋਟ ਬਾਜ਼ਾਰ 'ਚੋਂ ਬੰਦ ਹੋ ਰਿਹਾ। ਜਾਂ ਤਾਂ ਮੋਦੀ ਜੀ ਨੂੰ ਸਮਝ ਆ ਗਈ ਕਿ ਇਹਦੇ ਨਾਲ ਭ੍ਰਸ਼ਟਾਚਾਰ ਮਹਿੰਗਾ ਹੋਇਆ, ਜਾਂ ਹੁਣ ਕੋਈ ਨਵੀਂ ਸਕੀਮ ਲਿਆਉਣ ਦੀ ਸਕੀਮ ਹੈ। ਆਉਣ ਵਾਲੇ ਸਮੇਂ 'ਚ ਕਹਿੰਦੇ ਕਿ ਕਿਸੇ 300 ਦਾ ਔਰ 700 ਦਾ ਨੋਟ ਵੀ ਲਾਂਚ ਹੋ ਸਕਦਾ, ਇਹਦੇ ਬਾਰੇ ਵੀ ਸੋਚਿਆ ਜਾ ਰਿਹਾ। ਸੋ ਕੁਝ ਵੀ ਕਰ ਸਕਦੇ ਆ ਮੋਦੀ ਦੇ ਹੁੰਦੇ, ਕੁਝ ਵੀ ਮੁਮਕਿਨ ਹੈ, ਕੋਈ ਵੀ ਪੁੱਠਾ ਫੈਸਲਾ ਸਾਹਮਣੇ ਆ ਸਕਦਾ। ਸੋ ਫਿਲਹਾਲ 2000 ਦਾ ਨੋਟ ਅਣਐਲਾਨੇ ਤੌਰ ਦੇ ਉੱਤੇ RBI ਨੇ, ਭਾਰਤ ਸਰਕਾਰ ਨੇ ਇੱਕ ਤਰ੍ਹਾਂ ਨਾਲ ਬੰਦ ਕਰ ਦਿੱਤਾ। ਜੀ ਜੀ ਜੀ। ਕਈ ਜਿਹੜੇ ਆਰਥਿਕ ਮਾਹਰ ਨੇ ਸ਼ਰਮਾ ਜੀ, ਉਹ ਤਾਂ ਇਹ ਵੀ ਕਹਿੰਦੇ ਨੇ ਕਿ ਇਹ ਸਾਰਾ ਕੁਝ ਬੈਂਕਾਂ ਦਾ ਨਿਕਲਿਆ ਪਿਆ ਸੀ ਦਿਵਾਲਾ। ਇਹ ਸਾਰਾ ਕੁਝ ਬੈਂਕਾਂ ਨੂੰ ਇੰਜੈਕਟ ਕਰਨ ਦੇ ਲਈ ਕੀਤਾ ਗਿਆ ਕਿ ਨਗਦੀ ਆਊਗੀ, ਉਹਨਾਂ ਦਾ ਕੰਮ ਫੇਰ ਚੱਲ ਪਊਗਾ। ਬਿਲਕੁਲ। ਉਸ ਤੋਂ ਬਾਅਦ ਦੱਸਦੇ ਆ ਵੀ 2 ਲੱਖ ਕਰੋੜ ਰੁਪਇਆ ਜਿਹੜੇ ਕਾਰਪੋਰੇਟ ਸੀਗੇ, ਵੱਡੇ ਘਰਾਣੇ, ਉਹਨਾਂ ਦਾ ਵੱਟੇ ਖਾਤੇ ਦੇ ਵਿੱਚ ਪਾਇਆ ਗਿਆ। ਸੋ ਇਹ ਜਿਹੜੀ ਨੋਟਬੰਦੀ ਸੀ ਇਕਨੋਮਿਕਲੀ ਬਹੁਤ ਤਕੜਾ ਫੇਲੀਅਰ ਸਾਬਿਤ ਹੋਈ ਹੈ ਮੋਦੀ ਸਰਕਾਰ ਵਾਸਤੇ। ਅਗਲੀ ਗੱਲ ਕਰੀਏ ਸ਼ਰਮਾ ਜੀ, ਉਹ ਜਿਹੜਾ ਆਨੰਦ ਮੈਰਿਜ ਐਕਟ ਹੈ, ਮਾਨ ਸਾਹਿਬ ਨੇ ਐਲਾਨ ਕੀਤਾ ਹੁਣ, ਤੇ ਉਸ ਤੋਂ ਬਾਅਦ ਚਰਚਾ ਚੱਲੀ ਹੈ ਇਹ ਕਿ ਜਿਹੜੇ ਹੁਣ ਸਿੱਖਾਂ ਦੇ ਜਿਹੜੇ ਵਿਆਹ ਨੇ ਉਹ ਆਨੰਦ ਮੈਰਿਜ ਐਕਟ ਦੇ ਤਹਿਤ ਰਜਿਸਟਰ ਹੋਣਗੇ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਨੂੰ ਲੈ ਕੇ ਚਿਰਾਂ ਤੋਂ ਮੰਗ ਚੱਲੀ ਆਉਂਦੀ ਆ ਜੀ। ਬੇਸ਼ੱਕ ਇਹ ਆਨੰਦ ਮੈਰਿਜ ਐਕਟ ਜਿਹੜਾ ਹੈਗਾ ਕਿ ਅੰਗਰੇਜ਼ਾਂ ਦੇ ਟਾਈਮ ਵੀ ਚਰਚਾ 'ਚ ਆ ਗਿਆ ਸੀ। ਠੀਕ ਹੈ। ਉਸ ਸਮੇਂ ਵੀ ਮਤਲਬ ਆਜ਼ਾਦੀ ਤੋਂ ਪਹਿਲਾਂ ਹੀ ਤੇ ਇਹ ਚਰਚਾ ਵਿੱਚ ਸੀਗਾ। ਜਦੋਂ 1947 ਨੂੰ ਅਸੀਂ ਆਜ਼ਾਦ ਹੁੰਦੇ ਹਾਂ, ਉਸ ਤੋਂ ਪਹਿਲਾਂ 2009 ਦੇ ਵਿੱਚ ਇਸ ਐਕਟ ਦੀ ਰੂਪਰੇਖਾ ਨੂੰ ਲੈ ਕੇ ਚਰਚਾ ਹੁੰਦੀ ਆ ਜੀ। ਫਿਰ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਇਸ ਦੀ ਮੰਗ ਜ਼ੋਰ ਫੜਦੀ ਆ। ਪਰ ਹਿੰਦੂ ਮੈਰਿਜ ਐਕਟ ਜਦੋਂ ਆਉਂਦਾ, ਉਹਦੇ ਵਿੱਚ ਜੈਨੀ, ਉਹਦੇ ਵਿੱਚ ਬੋਧੀ ਤੇ ਉਹਦੇ ਵਿੱਚ ਸਿੱਖਾਂ ਨੂੰ ਵੀ ਸ਼ਾਮਲ ਕਰ ਲਿਆ ਜਾਂਦਾ। ਵਿਆਹ ਅਸੀਂ ਚਾਹੇ ਮਤਲਬ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਦੇ ਰੂਪ ਦੇ ਵਿੱਚ ਲਾਵਾਂ ਲੈ ਕੇ ਕਰਦੇ ਹਾਂ, ਪਰ ਉਹਦੇ ਬਾਵਜੂਦ ਵੀ ਜਦੋਂ ਸਰਟੀਫਿਕੇਟ ਮਿਲਦਾ ਸੀ ਤਾਂ ਉਹ ਹਿੰਦੂ ਮੈਰਿਜ ਐਕਟ ਦਾ ਹੀ ਮਿਲਦਾ ਸੀ। ਸੋ ਇਸ ਨੂੰ ਲੈ ਕੇ ਪੰਥਕ ਧਿਰਾਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ, ਨੁਮਾਇੰਦਿਆਂ ਵੱਲੋਂ ਇਹ ਚਿਰਾਂ ਤੋਂ ਮੰਗ ਰਹੀ ਕਿ ਇਸ ਨੂੰ ਸਾਨੂੰ ਆਪਣੇ ਧਰਮ ਦੇ ਅਨੁਸਾਰ ਸਾਨੂੰ ਸਰਟੀਫਿਕੇਟ ਮਿਲਣਾ ਚਾਹੀਦਾ। ਫਿਰ ਉਸ ਨੂੰ ਲੈ ਕੇ ਭਾਰਤ ਦੇ ਵਿੱਚ ਵੀ ਜਦੋਂ ਇਹ ਚਿਰਾਂ ਦੀ ਮੰਗ ਜ਼ੋਰ ਫੜਨ ਲੱਗੀ ਤਾਂ 2012 ਦੇ ਵਿੱਚ ਜੀ ਇਹ ਸਹੀ ਰੂਪ ਦੇ ਵਿੱਚ ਸਾਹਮਣੇ ਆਉਂਦਾ ਤੇ ਉਸ ਸਮੇਂ ਇਹਦੀ ਰੂਪਰੇਖਾ ਸਾਹਮਣੇ ਆਉਂਦੀ ਹੈ। ਬੇਸ਼ੱਕ ਇਹ ਤੋਂ ਪਹਿਲਾਂ ਵੀ ਕੁਝ ਮੈਂਬਰਾਂ ਨੇ ਪ੍ਰਾਈਵੇਟ ਬਿੱਲ ਦੇ ਤੌਰ ਤੇ ਸੰਸਦ ਦੇ ਵਿੱਚ ਇਹਦੀ ਮੰਗ ਰੱਖੀ ਸੀ ਸਮੇਂ-ਸਮੇਂ। ਹਾਂਜੀ। ਸੋ ਉਸ ਨੂੰ ਤਰਲੋਚਨ ਸਿੰਘ ਹੋਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਤੇ ਸਿੱਖ ਮਸਲਿਆਂ ਨੂੰ ਅਗਵਾਈ ਵੀ ਕਰਦੇ ਰਹੇ ਨੇ। ਸੋ ਉਹਨਾਂ ਨੇ ਵੀ ਇਹ ਦਮ ਭਰਿਆ ਕਿ ਇਹ ਹੁਣ ਜਿਹੜੇ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਲਾਗੂ ਕਰਾਂਗੇ, ਕਹਿੰਦੇ ਇਹ ਇੱਕ ਝੂਠ ਹੈ। ਇਹ ਲਾਗੂ ਹੈਗਾ ਜੀ ਇਹ, ਪਰ ਹਕੀਕਤ ਦੂਸਰੇ ਪਾਸੇ ਇਹ ਹੈ ਕਿ ਲੋਕਾਂ ਨੂੰ ਸਰਟੀਫਿਕੇਟ ਅਜੇ ਵੀ ਆਨੰਦ ਮੈਰਿਜ ਐਕਟ ਦੇ ਤਹਿਤ ਨਹੀਂ ਮਿਲਦਾ। ਕੋਈ ਦੂਸਰਾ ਪਹਿਲੂ ਇਹ ਵੀ ਹੈ, ਜੇ ਲਾਗੂ ਹੈ ਤਾਂ ਕਿੱਥੇ ਹੈ ਫਿਰ। 2012 ਦੇ ਵਿੱਚ ਭਾਰਤੀ ਸੰਸਦ ਦੇ ਵਿੱਚ ਇਸ ਨੂੰ ਪ੍ਰਵਾਨਗੀ ਮਿਲਦੀ ਆ
ਰਾਸ਼ਟਰਪਤੀ ਪ੍ਰਿਤਭਾ ਪਾਟਿਲ ਇਸ ਤੇ ਸਾਈਨ ਕਰਦੇ ਨੇ ਔਰ ਬੜਾ ਜ਼ੋਰ ਸ਼ੋਰ ਨਾਲ ਐਲਾਨ ਹੁੰਦਾ ਹੈ ਕਿ ਅੱਜ ਤੋਂ ਮਤਲਬ ਕਿ ਸਿੱਖਾਂ ਦੇ ਵਿਆਹ ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਾਵਾਂ ਲੈ ਕੇ ਹੋਣਗੇ, ਆਨੰਦ ਕਾਰਜ ਹੋ ਕੇ ਹੋਣਗੇ, ਉਸ ਨੂੰ ਆਨੰਦ ਮੈਰਿਜ ਐਕਟ ਦੇ ਤਹਿਤ ਵੱਖਰਾ ਰਜਿਸਟ੍ਰੇਸ਼ਨ, ਵੱਖਰੀ ਸਰਟੀਫਿਕੇਟ ਮਿਲੂਗਾ। ਇਹਦੇ ਲਈ ਜਿਹੜੇ ਬਾਕੀ ਕੋਈ ਨਿਯਮਾਵਲੀ ਆ ਉਹ ਸੂਬੇ ਆਪਣੇ ਆਧਾਰ ਤੇ ਤੈਅ ਕਰ ਸਕਦੇ ਨੇ। ਸੋ ਸੂਬਿਆਂ ਦੇ ਅਧਿਕਾਰ ਖੇਤਰ 'ਚ 2012 ਦੇ ਵਿੱਚ ਦੇ ਦਿੱਤਾ ਗਿਆ ਜੀ। ਪ੍ਰਵੀਨ ਜੀ, ਇਹਦੇ ਲਈ ਮਤਲਬ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੇ ਭਾਰਤ ਦੇ ਵਿੱਚ ਸਭ ਤੋਂ ਵੱਡੀ ਗਿਣਤੀ 'ਚ ਸਿੱਖ ਭਾਈਚਾਰਾ ਪੰਜਾਬ 'ਚ ਵੱਸਦਾ ਹੈ ਤੇ ਪੰਜਾਬ ਦੇ ਵਿੱਚ 2012 ਦੇ ਵਿੱਚ ਹੀ ਲਾਗੂ ਹੋ ਜਾਣਾ ਚਾਹੀਦਾ ਸੀ ਜੀ, ਪਰ ਪੰਜਾਬ 'ਚ ਲਾਗੂ ਹੋਣ ਦੇ ਜਿਹੜਾ ਦਮ ਭਰਿਆ ਗਿਆ ਉਹ 2016 'ਚ ਜਾ ਕੇ ਇਸ ਨੂੰ ਅਮਲੀ ਜਾਮਾ ਕਹਿੰਦੇ ਪਹਿਨਾਇਆ ਗਿਆ। 2016 ਤੋਂ ਇਹ ਸਾਹਮਣੇ ਆਇਆ ਜੀ। 16 ਤੋਂ ਵੀ ਹੁਣ 6 ਸਾਲ ਫੇਰ ਹੋ ਗਏ ਪਰ ਅਜੇ ਵੀ ਮਤਲਬ ਕਿ ਉਵੇਂ ਰਜਿਸਟਰਡ ਨਹੀਂ ਹੁੰਦਾ। ਅਜੇ ਵੀ ਜਿਨ੍ਹਾਂ ਨੇ ਬਾਹਰ PR ਲੈਣੀ ਹੈ, ਬਾਹਰ ਲਈ ਕੋਈ ਵਿਦੇਸ਼ ਲਈ ਜਾਣਾ ਹੈ, ਤਾਂ ਉਹ ਅਜੇ ਵੀ ਮਤਲਬ ਉਹਨਾਂ ਨੂੰ ਦਿੱਕਤਾਂ ਖੜੀਆਂ ਹੋ ਜਾਂਦੀਆਂ ਕਈ ਵਾਰ। ਸੋ ਇਸ ਪਹਿਲੂ ਨੂੰ ਧਿਆਨ 'ਚ ਰੱਖਦਿਆਂ ਤੇ ਇਹਦਾ ਮਤਲਬ ਕਿ ਤੁਸੀਂ ਚਾਹੇ 2012 ਸੀ ਚਾਹੇ 2016 ਸੀ, ਉਸ ਨੂੰ ਐਲਾਨ ਹੀ ਹੁੰਦੇ ਰਹੇ ਉਹਦੇ ਉੱਤੇ। 2016 ਤੋਂ ਪੰਜਾਬ ਦੇ ਵਿੱਚ ਇਸ ਨੂੰ ਮਤਲਬ ਕਿ ਕਹਿ ਦਿੱਤਾ ਗਿਆ ਕਿ ਕਾਗਜ਼ੀ ਤੌਰ ਤੇ ਅਸੀਂ ਅਮਲੀ ਜਾਮਾ ਪਹਿਨਾਉਂਦੇ ਹਾਂ, ਕੈਬਨਿਟ 'ਚ ਪਾਸ ਹੋ ਗਿਆ, ਸੰਸਦ 'ਚ ਹੋ ਗਿਆ, ਉਹਦੇ ਪਰ ਮੋਹਰ ਲੱਗ ਗਈ, ਉਹਦਾ ਨੋਟੀਫਿਕੇਸ਼ਨ ਹੋ ਗਿਆ ਕਿ ਅੱਜ ਤੋਂ ਮਤਲਬ ਕਿ ਸਿੱਖ ਵਿਆਹ ਆਨੰਦ ਮੈਰਿਜ ਐਕਟ ਤਹਿਤ ਹੋਣਗੇ। ਪਰ ਉਸ ਦੀ ਰੂਪ ਰੇਖਾ, ਖਰੜਾ ਜਾਂ ਉਹ ਸਰਟੀਫਿਕੇਟ ਮਿਲਣਾ ਜਾਂ ਰਜਿਸਟ੍ਰੇਸ਼ਨ ਹੋਣਾ, ਉਹ ਕਾਰਵਾਈ ਨੂੰ ਕਿਵੇਂ ਵਿਉਂਤਬੰਦੀ ਕਰਨੀ ਆ, ਉਹਦੇ ਲਈ ਕੋਈ ਸਿਸਟਮ ਹੀ ਨਹੀਂ ਬਣਿਆ। ਉਹਦੇ ਲਈ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਚਾਹੀਦੀ ਸੀ, ਉਹਦੇ ਲਈ ਗੁਰੂ ਘਰਾਂ ਦੇ ਸਾਰੇ ਪ੍ਰਬੰਧਕਾਂ ਕਮੇਟੀਆਂ ਨਾਲ ਤਾਲਮੇਲ ਚਾਹੀਦਾ ਸੀ। ਸੋ ਉਹ ਰੂਪ ਰੇਖਾ ਬਣੀ ਹੋਣੀ ਸੀ। ਹੁਣ ਮਤਲਬ ਕਿ ਭਗਵੰਤ ਮਾਨ ਹੋਰੀ ਕੱਲ ਜਦੋਂ 553ਵਾਂ ਪ੍ਰਕਾਸ਼ ਦਿਹਾੜਾ ਸੀਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਸੋ ਉਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੇ ਧਰਮ ਪਤਨੀ, ਜਿਹੜੀ ਦੂਸਰੀ ਧਰਮ ਪਤਨੀ ਉਹਨਾਂ ਦੀ, ਉਹਦੇ ਨਾਲ ਮੱਥਾ ਟੇਕਣ ਜਾਂਦੇ ਨੇ। ਕੇਸਗੜ੍ਹ ਸਾਹਿਬ ਮੱਥਾ ਟੇਕਦੇ ਨੇ, ਜਥੇਦਾਰ ਗਿਆਨੀ ਰਘੁਵੀਰ ਸਿੰਘ ਹੋਰਾਂ ਨਾਲ ਬੰਦ ਕਮਰਾ ਬੈਠਕ ਵੀ ਕਰਦੇ ਨੇ। ਉਸ ਬੈਠਕ ਦੇ ਵਿੱਚ ਅਨੰਦਪੁਰ ਸਾਹਿਬ ਦੇ ਕੁਝ ਮਸਲੇ, ਕੀਰਤਪੁਰ ਸਾਹਿਬ ਦੇ ਕੁਝ ਮਸਲੇ, ਕੁਝ ਪੰਥਕ ਮਸਲੇ, ਕੁਝ ਗੁਰੂ ਘਰਾਂ ਨਾਲ ਸੰਬੰਧਿਤ ਸਰਕਾਰਾਂ ਦਾ ਯੋਗਦਾਨ, ਤੇ ਉਹਦੇ ਵਿੱਚ ਇਸ ਆਨੰਦ ਮੈਰਿਜ ਐਕਟ ਦੇ ਨਾਲ ਵੀ ਚਰਚਾ ਹੁੰਦੀ ਹੈ। ਤੇ ਉੱਥੋਂ ਹੀ ਫਿਰ ਬਾਹਰ ਆ ਕੇ ਮੀਡੀਆ ਨੂੰ ਉਹ ਜਵਾਬ ਵੀ ਦਿੰਦੇ ਨੇ ਕਿ ਹੁਣ ਇਹ ਲਾਗੂ ਹੋਏਗਾ, ਅਸੀਂ ਇਸ ਨੂੰ ਅਸਲੀ ਰੂਪ 'ਚ ਲਾਗੂ ਕਰਾਂਗੇ। ਅੱਜ ਤੋਂ ਬਾਅਦ ਜਿਹੜਾ ਵੀ ਵਿਆਹ ਹੋਏਗਾ ਉਹ ਜਿਹੜੇ ਗੁਰੂ ਘਰ 'ਚ ਹੋਏਗਾ, ਜਿਹੜੇ ਗੁਰੂ ਘਰ ਦੇ ਅੰਦਰ ਉਹ ਲਾਵਾਂ ਪੜੀਆਂ ਜਾਣਗੀਆਂ, ਉੱਥੋਂ ਹੀ ਇੱਕ ਸਰਟੀਫਿਕੇਟ ਜਾਰੀ ਹੋਏਗਾ। ਬੇਸ਼ੱਕ ਪਰਫਾਰਮਾ ਉਸ ਸਮੇਂ 2016 'ਚ ਵੀ ਸਾਹਮਣੇ ਆ ਗਿਆ ਸੀ, ਸੋ ਉਸ ਨੂੰ ਲੈ ਕੇ ਅਜੇ ਵੀ, ਪਰ ਉਹ ਹੁਣ ਉਹ ਪਰਫਾਰਮਾ ਹੀ ਆਉਂਦਾ ਜਾਂ ਨਵਾਂ ਪਰਫਾਰਮਾ ਆਉਂਦਾ, ਕਦੋਂ ਤੱਕ ਇਸ ਨੂੰ ਦੁਬਾਰਾ ਇਸੀ ਰੂਪ ਰੇਖਾ ਨੂੰ ਲੈ ਕੇ, ਕਿਉਂਕਿ ਨੋਟੀਫਿਕੇਸ਼ਨ 2016 ਦਾ ਹੋਇਆ ਸੋ ਇਸ ਲਈ ਹੁਣ ਨਵੀਂ ਨੋਟੀਫਿਕੇਸ਼ਨ ਦੀ ਤਾਂ ਮੇਰੇ ਹਿਸਾਬ ਨਾਲ ਲੋੜ ਨਹੀਂ ਗਈ। ਪਰ ਫਿਰ ਵੀ ਮਾਨ ਸਰਕਾਰ ਇਸ ਦੇ ਸਿਹਰਾ ਆਪਣੇ ਸਿਰ ਲੈਣ ਦੇ ਲਈ ਜਾਂ ਉਪਰਾਲਾ ਕੀਤਾ ਹੈ, ਉਪਰਾਲੇ ਦੇ ਲਈ ਮਤਲਬ ਕਿ ਠੀਕ ਹੈ, ਜੇਕਰ ਇਹ ਉਪਰਾਲਾ ਕਰਦੀ ਹੈ ਮਾਨ ਸਰਕਾਰ ਵਧਾਈ ਦੀ ਪਾਤਰ ਹੈ, ਜੇਕਰ ਇਸ ਮਸਲੇ ਤੇ ਪਹਿਲ ਕਦਮੀ ਕਰਦੀ ਹੈ ਤਾਂ ਵਧਾਈ ਦੀ ਪਾਤਰ ਹੈ। ਪੰਜਾਬ ਤੋਂ ਸੇਧ ਲੈ ਕੇ ਹੀ ਬਾਕੀ ਸੂਬਿਆਂ ਦੇ ਵਿੱਚ ਵੀ ਤਾਂ ਇਸ ਨੂੰ ਅਮਲੀ ਜਾਮਾ ਤਾਂ ਹੀ ਪਹਿਨਾਇਆ ਜਾਏਗਾ ਨਾ। ਸੋ ਇਸ ਦੇ ਲਈ ਜੇਕਰ ਮਾਨ ਸਰਕਾਰ ਹੁਣ ਸ਼ਿੱਦਤ ਨਾਲ ਇਸ ਤੇ ਕੰਮ ਕਰਦੀ ਹੈ ਤਾਂ ਅੱਜ ਤੋਂ ਬਾਅਦ ਅਸੀਂ ਉਮੀਦ ਕਰਦੇ ਹਾਂ ਕਿ ਸਿੱਖ ਮਰਿਆਦਾ ਅਨੁਸਾਰ ਜਿਹੜਾ ਵੀ ਕੋਈ ਜੋੜਾ ਵਿਆਹ ਕਰਾਉਂਦਾ ਹੈ, ਉਸ ਜੋੜੇ ਨੂੰ ਜਿਹੜੇ ਗੁਰੂ ਘਰ 'ਚ ਵਿਆਹ ਹੁੰਦਾ ਹੈ, ਜਿੱਥੇ ਆਨੰਦ ਕਾਰਜ ਹੁੰਦੇ ਨੇ, ਉੱਥੋਂ ਹੀ ਇੱਕ ਸਰਟੀਫਿਕੇਟ ਉਹਨਾਂ ਨੂੰ ਜਾਰੀ ਹੋਏਗਾ। ਉਸ ਦੇ ਉੱਤੇ ਉਸ ਪਾਠੀ ਦੀ ਮੋਹਰ, ਉਸ ਗੁਰੂ ਘਰ ਦਾ ਚਿੰਨ੍ਹ, ਉਸ ਗੁਰੂ ਘਰ ਦਾ ਨਿਸ਼ਾਨ, ਉਹ ਲੈਟਰ ਪੈਡ, ਰਜਿਸਟ੍ਰੇਸ਼ਨ ਨਾਮ, ਸਾਰਾ ਕੁਝ ਦਰਜ ਹੋਣ ਤੋਂ ਬਾਅਦ ਉਹੀ ਫਿਰ ਮੈਰਿਜ ਰਜਿਸਟਰਡ ਕਰਾਉਣ ਦੇ ਲਈ ਉਸ ਨੂੰ ਆਧਾਰ ਮੰਨ ਕੇ ਵਿਆਹ ਰਜਿਸਟਰ ਹੋਇਆ ਕਰਨਗੇ। ਸੋ ਇਸ ਲਈ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਸਿੱਖਾਂ ਦੇ ਵਿਆਹ ਸਿੱਖ ਮੈਰਿਜ ਐਕਟ ਤਹਿਤ ਹੋ ਸਕਣਗੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਰਾਹੁਲ ਗਾਂਧੀ ਦੀ ਵੀਡੀਓ ਦੀ। ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਉਹਦੇ ਵਿੱਚ ਬੜੇ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ, ਬੜੇ ਤਰ੍ਹਾਂ ਦੇ ਖਾਦਸ਼ੇ ਵੀ ਪ੍ਰਗਟਾਏ ਜਾ ਰਹੇ ਨੇ। ਉਹ ਇਹ ਹੈ ਕਿ ਰਾਹੁਲ ਗਾਂਧੀ ਗੁਰਦੁਆਰਾ ਸਾਹਿਬ ਜਾਂਦੇ ਨੇ ਮੱਥਾ ਟੇਕਣ, ਉਹਦੇ ਦਰਮਿਆਨ ਉਹਨਾਂ ਨੂੰ ਇੱਕ ਜਿਹੜਾ ਉਹਨਾਂ ਦੀ ਤਸਵੀਰ ਖਿੱਚੀ ਜਾਂਦੀ ਹੈ, ਦਸਤਾਰ ਸਜਾਈ ਜਾਂਦੀ ਉਹਨਾਂ ਦੇ, ਤੇ ਦਸਤਾਰ ਸਜਾਉਣ ਦੇ ਨਾਲ ਨਾਲ ਇੱਕ ਜਿਹੜਾ ਗਾਤਰਾ ਵੀ ਕਿਹਾ ਗਿਆ ਕਿ ਉਹਨਾਂ ਦੇ ਪਾਇਆ ਗਿਆ। ਹੁਣ ਉਸ ਵੀਡੀਓ ਤੋਂ ਬਾਅਦ ਵਿਵਾਦ ਛਿੜ ਗਿਆ। ਪ੍ਰਵੀਨ ਜੀ, ਸਾਰਿਆਂ ਨੂੰ ਪਤਾ ਕਿ ਰਾਹੁਲ ਗਾਂਧੀ ਅੱਜ ਕੱਲ੍ਹ ਭਾਰਤ ਜੋੜੋ ਯਾਤਰਾ ਤੇ ਕਾਂਗਰਸ ਵੱਲੋਂ ਤੁਰੇ ਹੋਏ ਨੇ, ਤੇ ਉਹ ਯਾਤਰਾ ਨੂੰ ਕਿਤੇ ਨਾ ਕਿਤੇ ਰਾਜਨੀਤਿਕ ਤੌਰ ਤੇ ਠੀਕ ਠਾਕ ਹੁੰਗਾਰਾ ਵੀ ਮਿਲ ਰਿਹਾ। ਤੇ ਉਸ ਨੇ ਭਾਜਪਾ ਨੂੰ ਫਿਕਰਮੰਦੀ ਵਿੱਚ ਪਾਇਆ ਕਿ ਕਿਤੇ ਕਿ ਇਹਦੇ ਨਾਲ ਰਾਹੁਲ ਦੇ ਪੈਰ ਨਾ ਲੱਗ ਜਾਣ, ਇਹਦੇ ਨਾਲ ਕਾਂਗਰਸ ਦੇ ਪੈਰ ਨਾ ਲੱਗ ਜਾਣ। ਸੋ ਪਤਾ ਨਹੀਂ ਮਤਲਬ ਕਿ ਪੈਰ ਲੱਗਣੇ ਆ ਜਾਂ ਨਹੀਂ ਲੱਗਣੇ, ਜਾਂ ਕਾਂਗਰਸ ਆਪਣੀਆਂ ਨਲਾਇਕੀਆਂ, ਖਾਮੀਆਂ, ਕੁਤਾਹੀਆਂ ਜਾਂ ਮਤਲਬ ਕਿ ਜੋ ਉਹਨਾਂ ਨੂੰ ਸੱਤਾ ਦਾ ਨਸ਼ਾ ਚੜਿਆ ਰਿਹਾ, ਜਾਂ ਲੱਗਿਆ ਕਿ ਸਾਡੇ ਹੱਥ ਤੋਂ ਕਦੇ ਜਾਣੀ ਹੋ ਨਹੀਂ,
ਉਹ ਪੀੜ੍ਹੀ ਦਰ ਪੀੜ੍ਹੀ ਕਬਜ਼ਾ ਟੱਬਰ ਦਾ ਗਾਂਧੀ ਪਰਿਵਾਰ ਦਾ ਹੀ, ਉਹ ਸਾਰੀਆਂ ਉਹਨਾਂ ਸਾਰੀਆਂ ਉਣਤਾਈਆਂ ਨੂੰ ਇਹ ਯਾਤਰਾ ਪੂਰਾ ਕਰ ਪਾਊਗੀ ਕਿ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਹਾਂ, ਪਰ ਫਿਲਹਾਲ ਮਤਲਬ ਕਿ ਉਹ ਜਿਹੜੀ ਯਾਤਰਾ ਤੇ ਨਿਕਲੀ, ਉਸ ਦੌਰਾਨ ਉਹ ਤੇਲੰਗਾਨਾ ਤੋਂ ਜਦੋਂ ਮਹਾਰਾਸ਼ਟਰ 'ਚ ਦਾਖਲ ਹੋਏ, ਹਾਂਜੀ, ਤਦ ਉਸ ਦਿਨ ਮਤਲਬ ਕਿ ਤੜਕ ਸਵੇਰ ਜਦੋਂ ਦੂਸਰੇ ਦਿਨ ਉੱਠੇ ਤਾਂ ਉਹਨਾਂ ਨੂੰ ਪਤਾ ਸੀਗਾ ਕਿ ਅੱਜ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਤਦ ਉਹਨਾਂ ਨੇ ਨੰਦੇੜ ਸਾਹਿਬ ਦੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉੱਥੇ ਨਤਮਸਤਕ ਹੋਣਾ ਤੈਅ ਕੀਤਾ ਨਾਲ ਦੀ ਟੀਮ ਸਣੇ। ਸੋ ਜਦੋਂ ਉੱਥੇ ਪਹੁੰਚੇ ਤਦ ਪਹਿਲਾਂ ਉਹਨਾਂ ਦੇ ਦਸਤਾਰ ਸਜਾਈ ਗਈ, ਤਾਂ ਕਿ ਉਹ, ਕਿਉਂਕਿ ਅੱਜ ਕੱਲ੍ਹ ਉਹ ਦਾੜੀ ਨਹੀਂ ਕੱਟ ਰਹੇ, ਕੁਛ ਨਹੀਂ ਕਰ ਰਹੇ, ਤਾਂ ਉਹ ਲੱਗਿਆ ਕਿ ਹਾਂ ਮਤਲਬ ਕਿ ਬੇਸ਼ੱਕ ਉਹ ਪੱਗ ਬੰਨ੍ਹਣ ਵਾਲੇ ਸਾਥੀਆਂ ਨੇ ਮੇਰੇ ਖਿਆਲ ਪੱਗ ਜ਼ਰੂਰ ਪੁੱਠੀ ਬੰਨੀ, ਸੋ ਪਰ ਤਾਂ ਵੀ ਉਹ ਨੀਗਾ ਕਿ ਚਲੋ ਠੀਕ ਹੈ ਦਸਤਾਰ ਸਜਾਈ ਹੈ। ਤੇ ਦਸਤਾਰ ਸਣੇ ਉਹਨਾਂ ਨੇ ਮੱਥਾ ਟੇਕਿਆ, ਕਿਉਂਕਿ ਪਹਿਲਾਂ ਮੈਂ ਦੇਖ ਰਿਹਾ ਸੀ, ਪਹਿਲਾਂ ਉਹ ਇੱਕ ਸਿਰ ਤੇ ਰੁਮਾਲਾ ਬੰਨ੍ਹ ਕੇ ਵੀ ਮਤਲਬ ਕਿ ਮੱਥਾ ਟੇਕਦੇ ਨਜ਼ਰ ਆਏ ਨੇ। ਉਸ ਤੋਂ ਬਾਅਦ ਉਹ ਗੁਰੂ ਘਰ ਦੇ ਅੰਦਰ ਹੀ ਇਹਨਾਂ ਦੇ ਸਾਥੀਆਂ ਨੇ ਸਜਾਈ ਜਾਂ ਕਿਹਨੇ ਸਜਾਈ, ਪਰ ਉੱਥੇ ਗੁਰੂ ਘਰ ਦੀ ਜਿਹੜੀ ਉੱਥੇ ਦੀ ਮਰਿਆਦਾ ਹੈ, ਉਹ ਨੰਦੇੜ ਸਾਹਿਬ ਦੀ, ਉਹਨਾਂ ਦੀ ਉਹ ਆਪਣੀਆਂ ਮਰਿਆਦਾਵਾਂ ਅਨੁਸਾਰ ਚੱਲਦੇ ਨੇ, ਉਹ ਆਪਣਾ ਢੰਗ ਤਰੀਕਾ ਅਜੇ ਵੀ ਅਪਣਾਇਆ ਹੋਇਆ ਉਹਨਾਂ ਨੇ। ਉਹ ਪੂਰੀ ਤਰ੍ਹਾਂ ਨਾਲ ਮਤਲਬ ਕਹਿੰਦੇ ਅਕਾਲ ਤਖਤ ਦੇ ਹਿਸਾਬ ਨਾਲ ਉਹਨਾਂ ਦਾ ਉਹ ਮੇਲ ਨਹੀਂ ਖਾਂਦਾ, ਜਿਸ ਨੂੰ ਲੈ ਕੇ ਕਈ ਵਾਰ ਪਹਿਲਾਂ ਵੀ ਇਹ ਸਵਾਲ ਜਾਂ ਵਿਵਾਦ ਸਾਹਮਣੇ ਆਉਂਦੇ ਰਹੇ ਨੇ ਸਮੇਂ-ਸਮੇਂ। ਸੋ ਉਹ ਜਦੋਂ ਉੱਥੇ ਅੰਦਰ ਮੱਥਾ ਟੇਕਣ ਗਏ ਤਦ ਉਹਨਾਂ ਨੂੰ ਉਸੇ ਤਰ੍ਹਾਂ ਉੱਥੇ ਦੀ ਮਰਿਆਦਾ ਅਨੁਸਾਰ ਮਤਲਬ ਕਿ ਚੋਲਾ ਪਹਿਨਾਇਆ ਗਿਆ, ਸ਼ਾਲ ਦਿੱਤੀ ਗਈ, ਹਾਰ ਪਾਇਆ ਗਿਆ। ਫਿਰ ਉਹ ਜਿਹੜੀ ਸ਼੍ਰੀ ਸਾਹਿਬ ਹੈ ਉਹ ਉੱਥੇ ਉਵੇਂ ਮੜੀ ਹੁੰਦੀ ਹੈ ਜਿਵੇਂ ਆਪਾਂ ਗਾਤਰੇ ਨੂੰ ਮਤਲਬ ਕਿ ਕੱਪੜੇ 'ਚ ਮੜਦੇ ਹਾਂ, ਉਵੇਂ ਉੱਥੇ ਉਹ ਮੋਟਾ ਕੱਪੜਾ ਮਤਲਬ ਕਿ ਉਹ ਰੁਮਾਲੇ ਟਾਈਪ ਦਾ ਜਿਹੜਾ ਹੈਗਾ ਮਤਲਬ ਕਿ ਉਹ 'ਚ ਮੜਿਆ ਹੁੰਦਾ, ਤੇ ਉਹਦੇ 'ਚ ਮੜ ਕੇ ਉਹਦੇ ਸਣੇ ਉਹ ਭੇਟ ਕੀਤੀ ਗਈ। ਸੋ ਉਸ ਨੂੰ ਲੈ ਕੇ ਜਦੋਂ ਫੋਟੋ ਵਾਇਰਲ ਹੋਈ ਤਾਂ ਉਸ ਨੂੰ ਲੈ ਕੇ ਸਵਾਲ ਖੜਾ ਹੋਇਆ ਕਿ ਇਹ ਗਾਤਰੇ ਰੂਪ ਦੇ ਵਿੱਚ ਸ਼੍ਰੀ ਸਾਹਿਬ ਭੇਟ ਕਰਨਾ ਜਾਂ ਪਾਉਣਾ, ਮਤਲਬ ਕਿ ਉਹ ਇੱਕ ਇਸ ਤਰ੍ਹਾਂ ਹੈ ਕਿ ਜਿਵੇਂ ਬੰਦਾ ਅੰਮ੍ਰਿਤਧਾਰੀ ਹੋਵੇ। ਕਹਿੰਦੇ ਕਿ ਇਹ ਚੀਜ਼ਾਂ ਅੰਮ੍ਰਿਤਧਾਰੀ ਵਿਅਕਤੀ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤਧਾਰੀ ਵਿਅਕਤੀ ਨੂੰ ਇੱਦਾਂ ਦੀ ਸ਼੍ਰੀ ਸਾਹਿਬ ਭੇਟ ਕੀਤੀ, ਤੁਸੀਂ ਉਹ ਕਿਰਪਾਨ ਭੇਟ ਕਰਨੀ ਹੈ ਤਾਂ ਉਹ ਕੀਤੀ ਜਾ ਸਕਦੀ ਹੈ। ਸੋ ਪਰ ਇਸ ਨੂੰ ਲੈ ਕੇ ਜਦੋਂ ਸਵਾਲ ਖੜੇ ਹੋਏ ਤਦ ਨੰਦੇੜ ਸਾਹਿਬ ਦੇ ਉੱਥੇ ਦੀ ਪ੍ਰਬੰਧਕੀ ਟੀਮ ਨੇ ਜਾਂ ਉਸ ਗੁਰੂ ਘਰ ਦੇ ਜਿਹੜੇ ਜਥੇਦਾਰਾਂ ਨੇ ਜਾਂ ਜਿਹੜੇ ਸਿੰਘ ਸਾਹਿਬ ਗਿਆਨੀ ਸੀਗੇ ਉੱਥੇ, ਉਹਨਾਂ ਨੇ ਜੋ ਉਹਨਾਂ ਨੂੰ ਭੇਟਾ ਦਿੱਤੀ ਆ, ਉਸ ਭੇਟਾ ਤੇ ਉਹਨਾਂ ਦਾ ਪ੍ਰਤੀਕਰਮੀ ਆਇਆ ਕਿ ਜੀ ਇਹ ਇੱਥੇ ਦੀ ਮਰਿਆਦਾ, ਅਸੀਂ ਆਪਣੀ ਮਰਿਆਦਾ ਅਨੁਸਾਰ ਇਹ ਭੇਟ ਕੀਤੀ ਹੈ। ਇਹ ਅੱਜ ਪਹਿਲਾ ਮੌਕਾ ਨਹੀਂ ਆ, ਇੱਥੇ ਸਮੇਂ-ਸਮੇਂ ਦੇਸ਼ ਦੇ ਮੁੱਖ ਮੰਤਰੀ, ਵੱਖ-ਵੱਖ ਸੂਬਿਆਂ ਦੇ ਦੇਸ਼ ਦੇ ਮੰਤਰੀ, ਕੇਂਦਰੀ ਮੰਤਰੀ, ਗ੍ਰਹਿ ਮੰਤਰੀ ਤੱਕ ਆਉਂਦੇ ਰਹੇ ਨੇ, ਤੇ ਉਹਨਾਂ ਨੂੰ ਮੇਰੇ ਜ਼ਿਹਨ 'ਚ ਕਿ ਅਮਿਤ ਸ਼ਾਹ ਲਈ ਵੀ ਇਹੋ ਜਿਹਾ ਇੱਕ ਰੂਪ ਧਾਰਿਆ ਗਿਆ ਸੀ, ਜਾਂ ਹੋਰ ਸਮੇਂ ਦੇ ਮੰਤਰੀ ਵੀ ਜਦੋਂ ਆਉਂਦੇ ਰਹੇ ਨੇ ਉੱਥੇ ਤਾਂ ਉਹਨਾਂ ਨੂੰ ਵੀ ਇੱਦਾਂ ਦੀਆਂ ਭੇਟਾਂ ਮਿਲਦੀਆਂ ਰਹੀਆਂ ਨੇ। ਸੋ ਪਰ ਇਸ ਨੂੰ ਲੈ ਕੇ ਮਤਲਬ ਕਿ ਸਵਾਲ ਖੜਾ ਹੋਇਆ। ਇਹ ਸਵਾਲ ਰਾਹੁਲ ਗਾਂਧੀ ਦੇ ਲਈ ਨਹੀਂ ਹੈ, ਇਹ ਸਵਾਲ ਉੱਥੇ ਦੇ ਗੁਰੂ ਘਰ ਲਈ ਹੈ, ਗੁਰੂ ਘਰ ਦੀ ਪ੍ਰਬੰਧਕੀ ਟੀਮ ਲਈ ਹੈ ਕਿ ਕੀ ਇਹ ਜਾਇਜ਼ ਹੈ ਜਾਂ ਨਹੀਂ। ਸਵਾਲ ਇਸ ਵਾਰ ਦਾ ਨਹੀਂ ਹੈ, ਸਵਾਲ ਅੱਗੇ ਲਈ ਵੀ ਹੈ। ਸੋ ਉਸ ਨੂੰ ਲੈ ਕੇ ਹੁਣ ਇਹ ਮਸਲਾ ਕਿੱਥੇ ਤੱਕ ਵਧੇਗਾ, ਕਿੱਥੇ ਤੱਕ ਥਮੇਗਾ, ਜਾਂ ਸਿਰਫ ਅੱਜ ਚਰਚਾ ਹੋ ਕੇ ਕੱਲ ਤੋਂ ਫਿਰ ਚੈਪਟਰ ਬੰਦ ਹੋ ਜਾਏਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਕਿਉਂਕਿ ਸਾਰਿਆਂ ਦਾ ਧਿਆਨ ਤਾਂ ਹੁਣ ਚੋਣਾਂ ਤੇ ਲੱਗਿਆ, ਚੋਣਾਂ ਤੋਂ ਬਾਅਦ ਹੀ ਪਤਾ ਲੱਗੂਗਾ ਅੱਜ ਤੋਂ ਬਾਅਦ ਕਿ ਇਸ ਮਸਲੇ ਨੂੰ ਕੀ ਅਕਾਲ ਤਖਤ ਸਾਹਿਬ ਤੇ ਵਿਚਾਰਿਆ ਜਾਂਦਾ, ਕੀ ਕੋਈ ਸ਼ਿਕਾਇਤ ਆਉਂਦੀ ਆ, ਕੀ ਕੋਈ ਮਤਲਬ ਕਿ ਦਰਖਾਸਤ ਆਉਂਦੀ ਆ, ਜਾਂ ਇਹ ਸਿਰਫ ਪਹਿਲੇ ਮਸਲਿਆਂ ਦੀ ਤਰ੍ਹਾਂ ਹੀ ਇਹਦੇ ਪਰ ਵੀ ਮਿੱਟੀ ਪੈ ਜਾਏ। ਕਿਉਂਕਿ ਪਹਿਲਾਂ ਵੀ ਉੱਥੇ ਦੇ ਕਿੰਨੇ ਹੀ ਮਸਲੇ ਨੇ, ਚਾਹੇ ਉਹ ਬਲੀ ਦੇਣ ਦਾ ਮਸਲਾ ਹੋਵੇ, ਚਾਹੇ ਧੂਪ ਦੇਣ ਦਾ ਮਸਲਾ ਹੋਵੇ, ਚਾਹੇ ਧੂਣੀ ਲਾਉਣ ਦਾ ਮਸਲਾ ਹੋਵੇ, ਚਾਹੇ ਹੋਰ ਉੱਥੇ ਦੇ ਮਤਲਬ ਕਿੰਨੇ ਤਰ੍ਹਾਂ ਦੇ ਪਹਿਲੂ ਹੈਗੇ ਜਿਹੜੇ ਮੇਲ ਨਹੀਂ ਖਾਂਦੇ। 3 ਤਖਤਾਂ ਦੀ ਮਰਿਆਦਾ ਹੋਰ ਆ ਸਾਡੀ, 2 ਤਖਤ ਜਿਹੜੇ ਪੰਜਾਬ ਤੋਂ ਬਾਹਰ ਨੇ ਉਹਨਾਂ ਦੀ ਥੋੜ੍ਹੀ ਜਿਹੀ ਮਰਿਆਦਾ ਨੂੰ ਲੈ ਕੇ ਸਮੇਂ-ਸਮੇਂ ਸਵਾਲ ਵੀ ਰਹੇ ਨੇ, ਤੇ ਉਹਨਾਂ ਦੇ ਜਥੇਦਾਰਾਂ ਦਾ ਤਾਲਮੇਲ ਨੂੰ ਲੈ ਕੇ ਵੀ ਸਵਾਲ ਹੁੰਦੇ ਰਹੇ ਨੇ। ਸੋ ਇਸ ਲਈ ਇਹ ਵੀ ਉਸੇ 'ਚੋਂ ਜਨਮ ਇੱਕ ਸਵਾਲ ਆ। ਦੇਖਦੇ ਆਉਣ ਵਾਲੇ ਸਮੇਂ 'ਚ ਇਹ ਕਿੱਧਰ ਨੂੰ ਪਲੜਾ ਭਾਰੀ ਹੁੰਦਾ। ਜੀ ਬਿਲਕੁਲ। ਪਰ ਇਸ ਤਰੀਕੇ ਨਾਲ ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਸ ਤਰੀਕੇ ਨਾਲ ਸਤਿਕਾਰ ਕਰਨਾ, ਗੁਰੂ ਘਰਾਂ ਦੇ ਵਿੱਚ ਹਰ ਕੋਈ ਸਤਿਕਾਰਤ ਹੈ, ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੈ। ਹਰ ਬੰਦਾ ਉੱਥੇ ਆ ਕੇ ਮੱਥਾ ਟੇਕ ਸਕਦਾ, ਹਰ ਬੰਦਾ ਲੰਗਰ ਛਕ ਸਕਦਾ, ਹਰ ਬੰਦਾ ਕੀਰਤਨ ਸਰਵਣ ਕਰ ਸਕਦਾ। ਪਰ ਬਹੁਤ ਵਾਰ ਦੇਖਿਆ ਗਿਆ ਜਦੋਂ ਪ੍ਰਬੰਧਕਾਂ ਦੇ ਵਿੱਚੋਂ ਕਈ ਜਿਹੜੇ ਆ ਉਹ ਇਹਨਾਂ ਲੋਕਾਂ ਨੂੰ ਐਂ ਲੈਂਦੇ ਜਿਵੇਂ ਪਤਾ ਨਹੀਂ ਕੋਈ ਬਹੁਤ ਵੱਡੀ ਦੁਨੀਆ ਦੀ ਕੋਈ ਤਾਕਤ ਆ ਗਈ ਹੁੰਦੀ ਹੈ। ਬਿਲਕੁਲ ਪ੍ਰਵੀਨ ਜੀ, ਇਹ ਜਿਵੇਂ ਚਾਹੇ ਤੁਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਓ, ਚਾਹੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਾਓ, ਪਹਿਲਾਂ ਉੱਥੇ ਵੀ ਅੰਦਰ ਸੀਗਾ ਕਿ ਬਾਦਲ ਟੱਬਰ ਆ ਗਿਆ, ਬਾਦਲਾਂ ਦਾ ਕੋਈ ਚਹੇਤਾ ਆ ਗਿਆ ਤਾਂ ਦਰਬਾਰ ਸਾਹਿਬ ਦੇ ਅੰਦਰ ਵੀ ਮਤਲਬ ਕਿ ਉਹਨਾਂ ਨੂੰ ਸਨਮਾਨ ਕਰ ਦਿਓ ਜੀ, ਹੈ ਨਾ। ਹੁਣ ਥੋੜ੍ਹੀ ਜਿਹੀ ਇਹਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਤਾਂ ਇਹ ਮੋਕਲਾ ਕਰਨ ਦੀ ਲੋੜ ਸੀ। ਜੇ ਕਰਨਾ ਤਾਂ ਉਹ ਸਾਰੀ ਕੋਈ ਵੀ ਧਿਰ ਦਾ ਆਵੇ, ਜਿਹੜਾ ਗੁਰੂ ਘਰ ਆ ਗਿਆ, ਜਿਹੜਾ ਉਹ ਸ਼ਰਨ 'ਚ ਆ ਗਿਆ, ਫਿਰ ਉਹ ਸਾਰੇ ਇਕਸਾਰ ਨੇ। ਉੱਥੇ ਊਚ ਨੀਚ ਨਹੀਂ ਹੋਣੀ ਚਾਹੀਦੀ। ਭਗਵੰਤ ਮਾਨ ਨੇ ਜਿਵੇਂ ਸਿਕਿਉਰਿਟੀ ਤੱਕ ਲਵਾ ਲਈ ਸੀ ਬਾਹਰ, ਇਹੋ ਜਿਹਾ ਕੁਛ ਨਹੀਂ ਹੋਣਾ ਚਾਹੀਦਾ। ਸੋ ਦੋ ਹੀ ਧਿਰਾਂ ਵੱਲੋਂ, ਗੁਰੂ ਘਰ ਦੀ ਪ੍ਰਬੰਧਕੀ ਟੀਮ ਵੱਲੋਂ ਵੀ, ਉਹਨਾਂ ਨੁਮਾਇੰਦਿਆਂ ਵੱਲੋਂ ਵੀ। ਪਰ ਹੁਣ ਮੈਨੂੰ ਲੱਗ ਰਿਹਾ ਕਿ ਇਹਦੇ ਵਿੱਚ ਥੋੜਾ ਜਿਹਾ ਇੱਕ ਸੁਧਾਰ ਦੇਖਣ ਨੂੰ ਮਿਲ ਰਿਹਾ ਕਿ ਅੱਜ ਕੱਲ੍ਹ ਜਿਹੜਾ ਵੀ ਕੋਈ ਆਪਣੇ ਆਪ ਅਖੌਤੀ VIPO ਕਹੂੰਗਾ ਮੈਂ ਤਾਂ ਇਹ,
ਕਿ ਅਖੌਤੀ VIP ਜਦੋਂ ਮਤਲਬ ਗੁਰੂ ਘਰਾਂ 'ਚ ਜਾਂਦੇ ਨੇ ਤਦ ਉਹ ਦਰਬਾਰ ਸਾਹਿਬ ਦੇ ਵਿੱਚ ਸ਼ਰਧਾਲੂ ਵਾਂਗ ਹੀ ਮੱਥਾ ਟੇਕਣ। ਹਾਂ, ਜੇ ਪ੍ਰਬੰਧਕਾਂ ਨੂੰ ਖਾਜ ਹੈ ਉਹਨਾਂ ਨਾਲ ਫੋਟੋ ਖਿਚਾਉਣ ਦੀ, ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪਾਉਣ ਦੀ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਸੱਚਮੁੱਚ ਇਹਨੇ ਕੌਮ ਲਈ, ਪੰਥ ਲਈ, ਸਮਾਜ ਲਈ ਕੁਝ ਕੀਤਾ ਹੈ, ਜਾਂ ਇਹ ਸੱਚਮੁੱਚ ਦੁਨੀਆ ਦੀ ਕੋਈ ਸੇਧਦਾਇਕ ਸ਼ਖਸੀਅਤ ਹੈ, ਤਾਂ ਉਹਨੂੰ ਸੂਚਨਾ ਕੇਂਦਰ, ਇੱਕ ਦਫ਼ਤਰ ਜਿਹੜੇ ਬਣੇ ਨੇ ਉੱਥੇ ਹੁਣ ਸਨਮਾਨਿਤ ਕਰਨ ਦੀ ਪਿਰਤ ਪਈ ਹੈ। ਸੋ ਇਸ ਪਿਰਤ ਨੂੰ, ਪਰ ਸਰੋਪਾ ਉਹ ਭੇਂਟ ਕਰਨਾ ਇੱਕ ਬਹੁਤ ਵੱਡਾ ਸਨਮਾਨ ਸੀ ਕਿਸੇ ਸਮੇਂ। ਜੀ ਜੀ, ਬਿਲਕੁਲ ਸਹੀ। ਪਰ ਅਸੀਂ ਉਸ ਨੂੰ ਬਹੁਤ ਸਧਾਰਨ ਬਣਾ ਲਿਆ। ਸੋ ਮਾਣ ਹਾਸਲ ਕਰਨ ਵਾਲੀ ਗੱਲ ਹੁੰਦੀ ਸੀ ਕਿ ਲੱਖਾਂ ਲੋਕਾਂ ਚੋਂ ਭਾਈ ਅੱਜ ਉਹਨੂੰ ਸਰੋਪਾ ਉਹ ਭੇਂਟ ਹੋਇਆ ਜੀ, ਪਰ ਅਸੀਂ ਉਸ ਨੂੰ ਕਿੰਨਾ ਛੋਟਾ ਕਰ ਲਿਆ ਕਿ ਮਿੰਟ ਲਾਉਣੇ। ਸਾਡੇ ਲਈ ਹੁਣ ਉਹ ਕੱਪੜਾ ਕਿਉਂ ਬਣਦਾ ਜਾ ਰਿਹਾ, ਉਸ ਦੀ ਉਹ ਮਹਾਨਤਾ ਨੂੰ ਸਮਝਣ ਦੀ ਲੋੜ ਹੈ। ਸੋ ਉਸ ਦੇ ਉੱਤੇ ਗੌਰ ਕਰਨ ਦੀ ਲੋੜ ਹੈ। ਜੀ ਜੀ ਬਿਲਕੁਲ। ਇੰਦੌਰ ਦੀ ਵੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸ਼ਰਮਾ ਜੀ, ਉਹਦੇ ਵਿੱਚ ਵੀ ਕਮਲਨਾਥ ਨੂੰ ਜਿਹੜਾ ਮੋਮੈਂਟੋ ਭੇਟ ਕੀਤਾ ਹੈਗਾ, ਉਹਦੇ ਵਿੱਚ ਭਾਈ ਜਿਹੜੇ ਕੀਰਤਨ ਕਰ ਰਹੇ ਸੀਗੇ ਕਾਨਪੁਰੀ ਜੀ, ਉਹਨਾਂ ਨੇ ਤਕੜਾ ਇਤਰਾਜ਼ ਜਤਾਇਆ, ਇੱਥੋਂ ਤੱਕ ਕਿ ਉਹਨਾਂ ਨੇ ਲਾਹਨਤਾਂ ਵੀ ਪਾਈਆਂ ਉਹਨਾਂ ਨੂੰ ਜਿਨ੍ਹਾਂ ਨੇ ਕੀਤਾ ਸੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਜਿਹੜੀ ਉਹ ਵੀ ਪੰਥਕ ਰਾਜਨੀਤੀ ਦੇ ਨਾਲ ਹੀ ਤਾਲੁਕਾਤ ਰੱਖਦੀ ਹੈ ਸ਼ਰਮਾ ਜੀ। ਪ੍ਰਧਾਨਗੀ ਦੀ ਚੋਣ ਹੋਣੀ ਹੈ ਮੇਰੇ ਖਿਆਲ ਦੇ ਨਾਲ, ਜੇ ਮੈਂ ਗਲਤ ਨਾ ਹੋਵਾਂ ਤਾਂ ਅੱਜ ਹੀ ਹੋਣੀ ਹੈ, ਕਿਉਂਕਿ ਅੱਜ ਉੱਥੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ 9 ਨਵੰਬਰ ਹੈ। ਤੇ ਦੂਜੀ ਗੱਲ ਇਹ ਹੈ ਕਿ ਸੁਖਬੀਰ ਵਰਸਸ ਬੀਬੀ ਜਗੀਰ ਕੌਰ ਜਿਹੜੇ ਆ ਉਹ ਨੇ, ਪਰ ਟੌੜਾ ਟੱਬਰ ਵੀ ਦੋਫਾੜ ਹੋ ਗਿਆ ਇਸ ਪ੍ਰਧਾਨਗੀ ਦੀ ਚੋਣ ਦੇ ਵਿੱਚ। ਪ੍ਰਵੀਨ ਜੀ, ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਦੀ ਧੀ ਮਤਲਬ ਗੋਦ ਲਈ ਧੀ ਹੈ, ਤੇ ਉਸ ਤੋਂ ਬਾਅਦ ਉਹਨਾਂ ਦਾ ਜਵਾਈ ਹਰਮੇਲ ਸਿੰਘ ਟੌੜਾ ਜਿਹੜਾ ਜਥੇਦਾਰ ਗੁਰਚਰਨ ਸਿੰਘ ਟੌੜਾ ਸਦਕਾ ਹੀ ਬਾਦਲ ਸਰਕਾਰ 'ਚ ਮੰਤਰੀ ਤੱਕ ਦਾ ਉਹਦਾ ਵੀ ਲੈ ਗਿਆ ਸੀਗਾ। ਸੋ ਪਰ ਇਹ ਰਾਜਨੀਤਿਕ ਲਾਲਸਾਵਾਂ ਹੁੰਦੀਆਂ, ਜਾਂ ਲੱਗਦਾ ਕਿ ਜਥੇਦਾਰ ਟੌੜਾ ਸਾਹਿਬ ਦੀ ਜ਼ਿੰਦਗੀ ਦੀ ਕਮਾਈ ਦਾ ਸਾਨੂੰ ਮੁੱਲ ਮੁੜੇ। ਸੋ ਇਸ ਲਈ ਉਹ ਰਾਜਨੀਤਿਕ ਲਾਲਸਾਵਾਂ ਉਹਨਾਂ ਨੂੰ ਭਟਕਾਉਂਦੀਆਂ ਵੀ ਰਹੀਆਂ, ਤੇ ਜਾਂ ਇਹ ਕਹੀਏ ਕਿ ਉਹਨਾਂ ਨੂੰ ਲੱਗਿਆ ਕਿ ਬਾਦਲ ਸਾਨੂੰ ਥੱਲੇ ਲਾ ਰਹੇ ਨੇ, ਤੇ ਉਹਨਾਂ ਨੇ ਆਖਰ ਮਤਲਬ ਕੌੜਾ ਅੱਕ ਕਹੀਏ ਜਾਂ ਕੁਛ ਕਹੀਏ ਕਿ ਸਮੇਂ-ਸਮੇਂ ਉਹ ਪਾਲਾ ਬਦਲਦੇ ਰਹੇ ਜੀ। ਪਰ ਜਥੇਦਾਰ ਟੌੜਾ ਸਾਹਿਬ ਦੀ ਬੇਟੀ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਹੈ, ਤੇ ਉਹ ਮੈਂਬਰ ਹੁੰਦਿਆਂ ਹੋਇਆਂ ਹੀ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਦੀ ਆ। 2017 ਚ ਸਨੌਰ ਹਲਕੇ ਤੋਂ ਆਪ ਉਮੀਦਵਾਰ ਵਜੋਂ ਚੋਣ ਲੜ ਚੁੱਕੀ ਜੀ, ਵਿਧਾਨ ਸਭਾ ਦੀ ਚੋਣ ਲੜੀ ਉਹਨੇ। ਚਲੋ, ਉਹ ਤੋਂ ਬਾਅਦ ਫੇਰ ਉਹਨਾਂ ਦੀ ਵਾਪਸੀ ਅਕਾਲੀ ਦਲ ਚ ਹੋ ਗਈ ਕਿ ਠੀਕ ਹੈ ਜੀ, ਮਤਲਬ ਕਿ ਕੁਛ ਨਹੀਂ ਗੱਲ ਬਣੀ, ਅਸੀਂ ਅਕਾਲੀ ਦਲ ਚ ਵਾਪਸ ਲੈਂਦੇ ਹਾਂ ਜੀ। ਹੁਣ ਇਹਨਾਂ ਦੇ 2 ਮੁੰਡੇ ਨੇ ਅੱਗੇ, 2 ਮੁੰਡਿਆਂ ਚੋਂ ਇੱਕ ਬੜਾ ਮੁੰਡਾ ਹੈ ਹਰਿੰਦਰਪਾਲ, ਤੇ ਉਹ ਅਕਾਲੀ ਦਲ ਨਾਲ ਹੈ। ਛੋਟਾ ਮੁੰਡਾ ਕੰਵਰਪਾਲ ਟੌੜਾ ਉਹ ਭਾਜਪਾ ਨਾਲ ਹੈ। ਹਾਂਜੀ, ਤੇ ਉਹ ਭਾਜਪਾ ਵੱਲੋਂ ਚੋਣ ਲੜ ਚੁੱਕਿਆ 2022 ਦੀ ਐਕਟੀ ਭਾਰਸੋਂ ਹਲਕੇ ਤੋਂ। ਸੋ ਉਸ ਨੇ ਇਸ ਵਾਰ ਅਮਲੋਹ ਵਿਧਾਨ ਸਭਾ ਹਲਕੇ ਤੋਂ ਮਤਲਬ 2022 ਦੇ ਵਿੱਚ ਚੋਣ ਲੜੀ। ਚਲੋ, ਚੋਣ ਚ ਜੋ ਹੋਣਾ ਸੀ ਉਹ ਤਾਂ ਉਹੀ ਹੋਇਆ। ਸੋ ਪਰ ਸਵਾਲ ਇਹ ਹੈ ਕਿ ਅੱਜ ਇੱਕ ਪੁੱਤ ਜੀ ਅਕਾਲੀ ਦਲ ਨਾਲ ਹੈ ਜੀ। ਹੁਣ ਉਹ ਅਕਾਲੀ ਦਲ ਕਿਹੜਾ, ਬੀਬੀ ਜਗੀਰ ਕੌਰ ਵਾਲਾ, ਢੀਂਡਸੇ ਵਾਲਾ ਜੀ, ਬਾਦਲਾਂ ਵਾਲਾ, ਕਿਹਦੇ ਵਾਲਾ ਅਕਾਲੀ ਦਲ, ਜਾਂ ਭਾਜਪਾ ਵਾਲਾ ਅਕਾਲੀ ਦਲ? ਇਹ ਵੀ ਸਵਾਲ ਖੜਾ ਨਾ। ਚਲੋ, ਪਰ ਉਹ ਫਿਰ ਵੀ ਅਕਾਲੀ ਦਲ ਨਾਲ ਆ, ਇਹਦਾ ਮਤਲਬ ਕੀ ਬਾਦਲਾਂ ਨਾਲ ਰਹੇਗਾ ਜੀ, ਤੇ ਉਹਦਾ ਰਹਿਣ ਦਾ ਮਤਲਬ ਨਹੀਂਗਾ, ਮਤਲਬ ਦੂਸਰਾ ਮੁੰਡਾ ਭਾਜਪਾ ਨਾਲ ਹੈ, ਤੇ ਭਾਜਪਾ ਵਾਲਾ ਮੁੰਡਾ ਹੁਣ ਲਾਲਪੁਰਾ ਨਾਲ ਰਹੇਗਾ। ਤੇ ਹੁਣ ਮਾਤਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਹੈ ਜੀ ਜੀ, ਉਹ ਮਾਤਾ ਆਪਣੇ ਬੜੇ ਮੁੰਡੇ ਦੀ ਸੁਣੂਗੀ ਕਿ ਛੋਟੇ ਮੁੰਡੇ ਦੀ ਸੁਣੂਗੀ? ਉਹ ਬੜੇ ਮੁੰਡੇ ਦੇ ਕਹੇ ਤੇ ਵੋਟ ਪਾਊਗੀ ਕਿ ਛੋਟੇ ਮੁੰਡੇ ਦੇ ਕਹੇ ਤੇ ਵੋਟ ਪਾਊਗੀ? ਜਾਂ ਦੋਏ ਕਹਿਣਗੇ ਕਿ ਬੀਬੀ ਪਾ ਦੇ ਬੀਬੀ ਨੂੰ ਜੀ, ਸੋ ਜਾਂ ਦੋਏ ਕਹਿਣਗੇ ਕਿ ਬੀਬੀ ਪਾ ਦੇ ਧਾਮੀ ਨੂੰ? ਸੋ ਇਹ ਵੱਡਾ ਸਵਾਲ ਖੜਾ। ਸੋ ਕਿਤੇ ਨਾ ਕਿਤੇ ਟੌੜਾ ਪਰਿਵਾਰ ਦਾ, ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਸਮੇਂ ਜੋ ਮਾਣ ਸਤਿਕਾਰ ਸੀ, ਉਹ ਉਹਨਾਂ ਨੇ ਆਪਣੀਆਂ ਰਾਜਨੀਤਿਕ ਲਾਲਸਾਵਾਂ ਕਰਕੇ ਵੀ, ਮਤਲਬ ਦਰ-ਦਰ ਜਾ ਕੇ ਵੀ, ਤੇ ਆ ਭਾਜਪਾ 'ਚ ਜਾਣਾ, ਤੇ ਇੱਕ ਮੁੰਡੇ ਦਾ ਮਤਲਬ ਇੱਕੋ ਘਰ 'ਚ ਰਹਿਣਾ, ਇੱਕੋ ਛੱਤ ਥੱਲੇ ਰਹਿਣਾ, ਮਤਲਬ ਇਹ ਰਾਜਨੀਤਿਕ ਲਾਲਸਾ ਦਿਖਾਉਂਦੀ ਹੈ ਨਾ। ਬਿਲਕੁਲ, ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋ ਤੇ ਟਿਕਟ ਆਮ ਆਦਮੀ ਪਾਰਟੀ ਤੋਂ ਲਈ ਜਾਂਦੇ ਹੋ, ਤੇ ਉਧਰੋਂ ਫਿਰ ਬਾਅਦ ਚੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਵਾਪਸ ਆ ਗਏ ਅਕਾਲੀ ਦਲ 'ਚ। ਫਿਰ ਬੜਾ ਮੁੰਡਾ ਕਹਿੰਦਾ ਕਿ ਮੈਂ ਅਕਾਲੀ ਦਲ ਨਾਲ ਰਹੂੰਗਾ, ਛੋਟਾ ਕਹਿੰਦਾ ਮੈਂ BJP ਸ਼ਾਮਲ ਹੋ ਗਿਆ। ਸੋ ਇਹ ਸਾਰਾ ਕੁਛ ਹੈ। ਤੇ ਅੱਜ ਹੁਣ ਚੋਣ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ, ਅੱਜ ਚੋਣ ਹੈ, ਤੇ ਅੱਜ ਚੋਣ ਦੇ ਨੂੰ ਲੈ ਕੇ ਵੀ ਬੜੀ, ਕੱਲ ਅਕਾਲੀ ਦਲ ਨੇ ਆਪਣੇ ਨਾਲ ਸੰਬੰਧਿਤ ਮੈਂਬਰ ਅੰਮ੍ਰਿਤਸਰ ਵੀ ਇਕੱਠੇ ਕੀਤੇ, ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਤੇ ਬੀਬੀ ਕੱਲ ਵੀ ਕਹੀ ਜਾਂਦੀ ਸੀ ਕਿ ਸੁਖਬੀਰ ਬਾਦਲ ਜੀ, ਖੀਰ 'ਚ ਬਦਾਮ ਚਾਹੇ ਵੱਧ ਪਵਾ ਲਓ, ਪਰ ਜਿਹੜੇ ਮੈਂਬਰ ਨੂੰ ਅੱਜ ਤੁਸੀਂ ਬਿਠਾਇਆ ਨਾ, ਕੱਲ ਨੂੰ ਵੋਟਾਂ ਹੀ ਮੈਨੂੰ ਪਾਉਣਗੇ। ਅੱਛਾ, ਬੀਬੀ ਹਜੇ ਵੀ ਇੰਨੇ ਦਮ ਨਾਲ ਬੋਲਦੀ ਆ ਕਿ ਕੱਲ ਉੱਥੇ ਗਿਣਤੀ ਮਿਣਤੀ ਜੇ ਲੱਗਦਾ ਸੀ ਅਕਾਲੀ ਦਲ ਨੂੰ ਕਿ ਧਾਮੀ ਹੋਰਾਂ ਦੀ
ਤੇ ਲੋਕ ਵੀ ਇਹ ਮਹਿਸੂਸ ਕਰਦੇ ਨੇ, ਹੋ ਸਕਦਾ ਕਿ ਧਾਮੀ ਹੋਰੀ ਬਾਜੀ ਲੈ ਜਾਣ, ਪਰ ਇਹ ਵੀ ਚਰਚਾ ਹੈ ਕਿ ਬੀਬੀ ਜਿਹੜੀ ਇੰਨੇ ਦਮ ਨਾਲ ਅੜੀ ਆ ਜੀ, ਇਹਦਾ ਮਤਲਬ ਕੁਛ ਤਾਂ ਹੈ। ਜੀ, ਉਹ ਕੁਛ ਕੀ ਹੋਊਗਾ ਉਹ ਅੱਜ ਸਾਫ਼ ਹੋ ਜਾਣਾ। ਪਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸੰਤ ਬਲਵੀਰ ਸਿੰਘ ਘੁੰਨਸ ਹੋਰੀ ਜੀ, ਉਹਨਾਂ ਦੇ ਘਰੇ ਮਤਲਬ ਕਿ ਜਦ ਕਿਸੇ ਸਮੇਂ ਉਹਨਾਂ ਨੂੰ ਪ੍ਰਧਾਨ ਬਣਾਉਣ ਦੀ ਦੌੜ ਚੱਲਦੀ ਸੀ, ਢੀਂਡਸਾ ਉਹਨਾਂ 'ਚ ਰਾਹ 'ਚ ਰੋੜਾ ਬਣਦੇ ਹੁੰਦੇ ਸੀ, ਉਹਨਾਂ ਦੇ ਘਰੇ ਸੁਖਬੀਰ ਬਾਦਲ ਵੀ ਗਏ, ਉਹਨਾਂ ਦੇ ਘਰੇ ਢੀਂਡਸਾ ਵੀ ਗਏ, ਤੇ ਉਹਨਾਂ ਦੇ ਘਰੇ ਬੀਬੀ ਜਗੀਰ ਕੌਰ ਵੀ ਗਈ। ਅੱਛਾ। ਤੇ ਪਰ ਘੁੰਨਸ ਹੋਰਾਂ ਨੇ ਕੱਲ ਐਲਾਨ ਕਰਤਾ ਕਿ ਮੈਂ ਬੀਬੀ ਜਗੀਰ ਕੌਰ ਦੇ ਨਾਲ ਖੜਾ ਜੀ। ਵਾਹ। ਕੱਲ ਉਹਨਾਂ ਨੇ ਐਲਾਨ ਕਰਤਾ, ਤੇ ਉਹਦੇ ਨਾਲ ਹੀ ਉਹਨਾਂ ਦੇ ਨਾਲ ਬਲਦੇਵ ਸਿੰਘ ਉਹ ਵੀ ਸੀਗੇ, ਚੁੱਗਾ ਹੋਰੀ, ਅੱਛਾ। ਤੇ ਉਹਨਾਂ ਨੇ ਵੀ ਕਹਿਤਾ ਕਿ ਅਸੀਂ ਨਾਲ। ਸੋ ਇਸ ਲਈ ਕਿਉਂਕਿ ਬਲਬੀਰ ਸਿੰਘ ਘੁੰਨਸ ਹੋਰਾਂ ਦੇ ਨਾਲ ਦੱਸਿਆ ਜਾਂਦਾ ਕਿ 4 ਤੋਂ 5 ਮੈਂਬਰ ਤਾਂ ਸਿੱਧੇ ਹੈਗੇ, ਠੀਕ ਹੈ, ਤੇ 4 ਤੋਂ 5 ਮੈਂਬਰਾਂ ਤੋਂ ਬਿਨਾਂ ਉਹ 7-8 ਮੈਂਬਰਾਂ ਦੀ ਹੋਰ ਵੋਟ ਇੱਧਰ ਉੱਧਰ ਕਰਾ ਸਕਦੇ ਆ। ਮਤਲਬ 10 ਤੋਂ 12 ਮੈਂਬਰਾਂ ਦੀ ਵੋਟ ਨੂੰ ਸਿੱਧਾ ਪ੍ਰਭਾਵਿਤ ਕਰਨ ਦਾ ਦਮ ਰੱਖਦੇ ਆ। ਜੀ, ਜੀ, ਤੇ ਜ਼ਿਆਦਾ ਜ਼ੋਰ ਲਾਉਣ ਤਾਂ ਪਤਾ ਨਹੀਂ ਕੀ ਹੋ ਜਾਵੇ। ਤੇ ਇਸ ਲਈ ਘੁੰਨਸ ਹੋਰਾਂ ਦਾ ਉੱਧਰ ਆਉਣਾ, ਔਰ ਅਕਾਲੀ ਦਲ ਦਾ, ਬਾਦਲ ਧੜੇ ਦੇ ਅਕਾਲੀ ਦਲ ਦਾ ਇਹ ਕਹਿਣਾ ਕਿ ਬੀਬੀ ਤਾਂ 20-22 ਵੋਟਾਂ ਹੀ ਲੈ ਕੇ ਜਾਊਗੀ, ਇਹ ਕਹਿਣਾ ਵੀ ਇਹਦਾ ਮਤਲਬ ਬੀਬੀ ਦੇ ਖਾਤੇ 'ਚ ਕੁਝ ਵੋਟਾਂ ਤਾਂ ਪੈ ਰਹੀਆਂ ਨੇ ਨਾ। ਜੀ, 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 ਉਹ ਬਾਦਲਾਂ ਦੀ ਨਲਾਇਕੀ ਕਰਕੇ ਪੈ ਰਹੀਆਂ ਨੇ, ਉਹ ਬਾਦਲਾਂ ਦੀ ਕੁਤਾਈਆਂ ਕਰਕੇ ਪੈ ਰਹੀਆਂ ਨੇ, ਉਹ ਬਾਦਲ ਟੱਬਰ ਤੋਂ ਲੋਕ ਔਖੇ ਨੇ। ਸੋ ਇਸ ਲਈ ਇਹ ਆਪਾਂ ਕੱਲ ਵੀ ਗੱਲ ਕਰ ਚੁੱਕੇ ਹਾਂ ਕਿ ਭਾਈ ਨਤੀਜੇ ਜਿਹੜੇ ਮਰਜ਼ੀ ਆਉਣ, ਬਾਦਲਾਂ ਦੀ ਹਾਰ ਨਜ਼ਰ ਆ ਰਹੀ ਹੈ ਸਾਰੇ ਇਲੈਕਸ਼ਨ ਵਿੱਚ। ਜੀ, ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀ, ਸ਼ਰਮਾ ਜੀ ਕਹਿੰਦੇ ਫਿਰ DTO ਦੇ ਹਵਾਲੇ ਕਰ ਦੇਣਾ ਪੰਜਾਬ ਦਾ ਟਰਾਂਸਪੋਰਟ ਵਿਭਾਗ। ਬਿਲਕੁਲ ਪ੍ਰਵੀਨ ਜੀ, ਜਦੋਂ ਕੈਪਟਨ ਸਰਕਾਰ ਸੀ ਤਾਂ ਕੈਪਟਨ ਸਰਕਾਰ ਨੇ ਇਹ ਪੋਸਟਾਂ DTO ਦੀਆਂ ਖਤਮ ਕਰਕੇ RTA ਲਾਏ ਸੀ, ਤੇ 7 ਪੋਸਟਾਂ ਕ੍ਰੀਏਟ ਕੀਤੀਆਂ ਸੀ, ਤੇ ਜਿਹੜੇ 7 RTA ਸੀ ਉਹ ਸਾਰੇ ਜ਼ਿਲ੍ਹੇ ਦੇਖਦੇ ਸੀ, ਤੇ ਬਾਕੀ DTO ਵਾਲਾ ਕੰਮ ਫਿਰ ਉੱਥੇ SDM ਦੇ ਅਧੀਨ ਲਗਭਗ ਆ ਗਿਆ ਸੀ ਕਿ ਉਹ ਕੋਈ ਲਾਇਸੈਂਸ ਬਣਨਿਆ, ਕੁਛ ਬਣਨਿਆ, ਉਹ SDM ਦੇ ਆਧਾਰ ਖੇਤਰ 'ਚ ਆ ਗਿਆ ਸੀ। ਤੇ ਹੁਣ ਪਤਾ ਲੱਗ ਰਿਹਾ ਕਿ ਪੰਜਾਬ ਦੀ ਸਰਕਾਰ ਮੁੜ ਕੇ DTO ਨੂੰ ਬਹਾਲ ਕਰਨ ਜਾ ਰਹੀ ਹੈ। ਮਤਲਬ ਸਾਰੇ ਜ਼ਿਲ੍ਹਿਆਂ ਦਾ ਆਪਣਾ ਆਪਣਾ ਟਰਾਂਸਪੋਰਟ ਅਧਿਕਾਰੀ ਹੋਏਗਾ ਮੁੜ ਕੇ। ਤੇ ਇਹਦੇ ਨਾਲ ਇੱਕ ਤਾਂ ਮਤਲਬ ਕਿ ਜਿਹੜਾ ਨਫਾ ਦੇਖਿਆ ਜਾ ਰਿਹਾ, ਉਹ ਇਹ ਦੇਖਿਆ ਜਾ ਰਿਹਾ ਕਿ ਜਿਹੜੇ ਵੱਡੇ ਲਾਇਸੈਂਸ ਬਣਨੇ ਹੁੰਦੇ ਸੀ, ਗੱਡੀਆਂ ਨਾਲ ਸੰਬੰਧਿਤ ਕੋਈ ਮਾਮਲੇ ਹੁੰਦੇ ਸੀ, ਉਹਨਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਸੀ। ਮਤਲਬ ਕਿ ਉਹਨਾਂ ਦੇ ਲਈ ਬਹੁਤ ਔਖਾ ਹੁੰਦਾ ਸੀਗਾ ਕਿ 7 ਅਧਿਕਾਰੀਆਂ ਨੂੰ ਲੱਭਣਾ, ਉਹਨਾਂ ਤੱਕ ਪਹੁੰਚ ਕਰਨਾ, ਜਾਂ SDM ਦੇ ਅਧਿਕਾਰ ਖੇਤਰ 'ਚੋਂ ਉੱਥੋਂ ਮਾਰਕ ਹੋ ਕੇ ਦੂਏ ਜ਼ਿਲ੍ਹੇ ਤੱਕ ਜਾਣਾ। ਸੋ ਬੜੀਆਂ ਦਿੱਕਤਾਂ ਕ੍ਰੀਏਟ ਹੁੰਦੀਆਂ ਸੀ, ਉਹਨਾਂ ਦਿੱਕਤਾਂ ਨੂੰ ਠੱਲ ਪੈਣ ਦੀ ਉਮੀਦ ਆ। ਤੇ ਦੂਜਾ, ਕਈ ਲੋਕਾਂ ਨੂੰ, ਜਿਹੜੇ ਆਮ ਲੋਕਾਂ ਲਈ ਪਰੇਸ਼ਾਨੀ ਹੁੰਦੀ ਸੀ, ਉਹਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਹੁਣ ਕਿਹਨੂੰ ਮਿਲੀਏ। ਅੱਗੇ ਸਭ ਨੂੰ ਪਤਾ ਸੀ ਕਿ DTO ਰਾਹੀਂ ਕੰਮ ਹੋ ਜਾਂਦਾ, DTO ਦੇ ਫਿਕਸ ਏਜੰਟ ਹੁੰਦੇ ਸੀ, ਏਜੰਟ ਰੱਖੇ ਹੁੰਦੇ ਸੀ 5-4, ਉਹਨਾਂ ਰਾਹੀਂ ਕੰਮ ਹੋ ਜਾਂਦਾ ਸੀ ਦੇ ਲੈ ਕੇ। ਸੋ ਹੁਣ ਉਹ ਲੋਕ ਕਹਿੰਦੇ ਕਿ ਯਾਰ ਪਹਿਲਾਂ ਦੇ ਲੈ ਕੇ ਕੰਮ ਨਿਬੇੜੇ ਹੁੰਦੇ ਸੀ, ਹੁਣ ਸਾਨੂੰ 4 ਜ਼ਿਲ੍ਹੇ ਵੀ ਘੁੰਮਣੇ ਪੈਂਦੇ ਨੇ, ਜਾਣਾ ਵੀ ਪੈਂਦਾ ਇੱਧਰ ਉੱਧਰ, ਤੇ ਉੱਥੇ ਜਾ ਕੇ ਵੀ ਫਿਰ ਉਹੋ ਜਿਹੇ ਬੰਦੇ ਲੱਭਣੇ ਪੈਂਦੇ ਨੇ, ਕੰਮ ਫਿਰ ਉਵੇਂ ਹੀ ਹੁੰਦਾ। ਸੋ ਹੁਣ ਇੱਕ ਤਾਂ ਉਹ ਲੋਕਾਂ ਨੂੰ ਲੱਗਦਾ ਕਿ ਕੰਮ ਆਸਾਨ ਹੋ ਜਾਏਗਾ। ਦੂਜਾ, ਕੁਝ ਧਿਰਾਂ ਇਹ ਕਹਿੰਦੀਆਂ ਨੇ ਕਿ DTO ਇੱਕ ਚੁੰਗੀਆਂ ਬਣ ਗਈਆਂ ਸੀ। ਠੀਕ ਹੈ, DTO ਇੱਕ ਵਸੂਲੀ ਦੇ ਕੇਂਦਰ ਬਣ ਗਏ ਸੀ। DTO ਦੀ ਗੱਡੀ ਖੜਨਾ ਮਤਲਬ ਹੈ ਕਿ ਟੋਲ ਲੱਗਿਆ ਉੱਥੇ, ਕਿ ਤੁਹਾਨੂੰ ਉੱਥੇ ਮੱਥਾ ਟੇਕ ਕੇ ਜਾਣਾ ਪੈਣਾ। ਸੋ ਹੁਣ ਹਰੇਕ ਜ਼ਿਲ੍ਹੇ ਦੇ ਵਿੱਚ ਮੁੜ ਕੇ DTO ਦਾ ਆਉਣਾ, ਕੀ ਇਹ ਨਵੇਂ ਨਾਕੇ ਖੁੱਲ ਰਹੇ ਨੇ, ਕੀ ਨਵੇਂ ਵਸੂਲੀ ਦੇ ਅੱਡੇ ਖੁੱਲ ਰਹੇ ਨੇ, ਕਿ ਨਵੀਆਂ ਚੁੰਗੀਆਂ ਲੱਗ ਰਹੀਆਂ ਨੇ, ਜਾਂ ਜਿਹੜੀਆਂ ਰਾਜਨੀਤਿਕ ਧਿਰਾਂ ਇਹ ਗੱਲ ਕਰਦੀਆਂ ਨੇ ਕਿ ਭਾਈ ਅਸਲ ਦੇ ਵਿੱਚ ਪੰਜਾਬ ਦੇ ਨਵੇਂ MLA ਇੰਨੇ ਬਣ ਗਏ, ਕਿਉਂ ਨਾ MLA ਨੂੰ ਹੁਣ ਰਾਹ ਨਹੀਂ ਆਉਂਦਾ ਕਿ ਕਿੱਥੋਂ ਖਾਣਾ। ਕਹਿੰਦੇ ਆ DTO ਰਾਹੀਂ ਉਹਨਾਂ ਲਈ ਅੱਡੇ ਖੋਲ ਕੇ ਦਿੱਤੇ ਜਾ ਰਹੇ ਨੇ ਕਿ ਭਾਈ ਆਪਣੇ ਆਪਣੀ DTO ਤੋਂ ਹਿੱਸਾ ਪੱਤੀ ਲਈ ਜਾਇਓ। ਇਹ ਚਰਚਾਵਾਂ ਵੀ ਪੰਜਾਬ ਦੀ ਰਾਜਨੀਤੀ ਛੜ ਗਈਆਂ ਨੇ। ਸੋ ਇਹ ਲੋਕਾਂ ਦੀ ਜੇਬ ਕੱਟਣੀ ਆ, ਜਾਂ ਸੱਚਮੁੱਚ ਲੋਕਾਂ ਨੂੰ ਸਹੂਲਤ ਮਿਲਣੀ ਆ। ਇੱਕ ਪਾਸੇ ਇਹ ਲੱਗਦਾ ਕਿ DTO ਦੇ ਬਹਾਲ ਹੋਣ ਨਾਲ ਕੁਝ ਟਰਾਂਸਪੋਰਟ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਆਸਾਨੀ ਆਏਗੀ। SDM ਕੋਲੋਂ ਵੀ ਉਹ ਸਾਰੇ ਅਧਿਕਾਰ ਵਾਪਸ ਲੈ ਕੇ ਫਿਰ DTO ਨੂੰ ਦਿੱਤੇ ਜਾਣਗੇ। 7 RTA ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਜਾਣਗੀਆਂ। ਇਹਨੂੰ ਲੈ ਕੇ ਕਦੇ ਵੀ ਰੂਪਰੇਖਾ ਸਾਹਮਣੇ ਆ ਸਕਦੀ ਆ। ਕੱਲ 2 ਦਿਨਾਂ ਤੋਂ ਮੈਨੂੰ ਪਤਾ ਲੱਗ ਰਿਹਾ ਕਿ ਸੰਬੰਧਿਤ ਵਿਭਾਗ ਦੇ ਮੰਤਰੀ ਲਗਾਤਾਰ ਬੈਠਕਾਂ ਕਰ ਰਹੇ ਨੇ। ਸੋ ਇਸ ਨੂੰ ਲੈ ਕੇ ਕਿ ਇਹਦੀ ਰੂਪਰੇਖਾ ਕਿਵੇਂ ਲਿਖੀ ਜਾਵੇ, ਉਹ ਸਾਹਮਣੇ ਆ ਸਕਦੀ ਆ। ਸੋ ਦੂਸਰੇ ਪਾਸੇ ਇਹ ਵੀ ਚਿੰਤਤ ਹੈ ਕਿ ਕਿਤੇ ਮੁੜ ਕੇ ਪਹਿਲਾਂ ਵਾਲੀ DTO ਦੀ ਵਸੂਲੀਆਂ ਵਾਲਾ ਕੰਮ ਨਾ ਸ਼ੁਰੂ ਹੋ ਜਾਵੇ, ਨਵੇਂ ਦੁਕਾਨਾਂ ਨਾ ਖੁੱਲ੍ਹ ਜਾਣ ਪੰਜਾਬ 'ਚ, ਜੇਬਾਂ ਕੱਟਣ ਦੀ ਇਹ ਫਿਕਰਮੰਦੀ ਵੀ ਹੈ। ਜੀ, 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 ਬਿਲਕੁਲ। ਇਹ ਤੇ ਹੈ, ਦੋਨੇ ਤਰ੍ਹਾਂ ਦੀਆਂ ਚਰਚਾਵਾਂ ਤੇਜ਼ ਨੇ ਸ਼ਰਮਾ ਜੀ। ਤੇ ਆਪਣੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤੀ ਵਾਲਾ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜਿਹੜੇ ਸਮਾਗਮ ਨੇ, ਉਹਨਾਂ ਦਾ ਸਿੱਧਾ ਪ੍ਰਸਾਰਨ
ਨਨਕਾਣਾ ਸਾਹਿਬ ਤੋਂ ਵੀ ਹੈ ਤੇ ਬੇਰ ਸਾਹਿਬ ਤੋਂ ਵੀ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਤੇ ਹੋ ਰਿਹਾ। ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਤੇ ਹੁਣ ਅਸੀਂ ਲਵਾਂਗੇ ਇਜਾਜ਼ਤ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।